ਸਤਿ ਸ਼੍ਰੀ ਅਕਾਲ ਜੀ। ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਬਾਰੇ ਵਿੱਚ। ਸੋ ਇਸ ਵਕਤ ਕੀ ਚੱਲ ਰਿਹਾ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ, ਅਸੀਂ ਦੇਖ ਰਹੇ ਹਾਂ ਕਿ ਪੈਂਡੈਮਿਕ ਦੇ ਕਰਕੇ ਰਿਸਟ੍ਰਿਕਸ਼ਨਸ ਅਜੇ ਉੱਥੇ ਹੀ ਨੇ, ਕੁਝ ਟਰੈਵਲ ਰਿਸਟ੍ਰਿਕਸ਼ਨਸ ਲੱਗ ਚੁੱਕੀਆਂ ਨੇ। ਅਜਿਹੇ ਦੇ ਵਿੱਚ ਇਮੀਗ੍ਰੇਸ਼ਨ ਦੇ ਸੰਬੰਧੀ ਤੁਹਾਡਾ ਕੋਈ ਸਵਾਲ ਹੈ, ਸਾਨੂੰ ਕੁਝ ਪੁੱਛਣਾ ਚਾਹੁੰਦੇ ਹੋ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ। ਸੋ ਅੱਜ ਗੱਲਬਾਤ ਕਰਾਂਗੇ ਕੁਝ ਖਾਸ ਤੌਰ ਤੇ ਜਿਹੜੀ ਇਸ ਵਕਤ ਕੈਨੇਡਾ ਦੇ ਵਿੱਚ ਨਵੇਂ ਵਰਕਰਸ ਘੱਟ ਆ ਰਹੇ ਨੇ। ਅਜਿਹੇ ਦੇ ਚੱਲਦਿਆਂ ਬਹੁਤ ਜ਼ਿਆਦਾ ਸ਼ਾਰਟੇਜ ਹੋ ਰਹੀ ਹੈ ਇੱਥੇ ਲੇਬਰ ਮਾਰਕੀਟ ਦੇ ਵਿੱਚ। ਜੌਬਸ ਬਹੁਤ ਜ਼ਿਆਦਾ ਇੱਥੇ ਅਵੇਲੇਬਲ ਨੇ, ਬਟ ਜੌਬਸ ਨੂੰ ਕਰਨ ਲਈ ਵਰਕਰਸ ਜਿਹੜੇ ਆ ਉਹ ਮੌਜੂਦ ਨਹੀਂ ਹੈਗੇ। ਇਸ ਵਕਤ ਜੋ ਸ਼ਾਰਟੇਜ ਦੇਖਣ ਨੂੰ ਮਿਲ ਰਹੀ ਹੈ, ਕੌਣ ਇਸ ਦਾ ਫਾਇਦਾ ਲੈ ਸਕਦਾ ਆ, ਕਿਵੇਂ ਇਸ ਦਾ ਫਾਇਦਾ ਲਿਆ ਜਾ ਸਕਦਾ ਆ, ਤੇ ਕੀ ਪੂਰਾ ਪ੍ਰੋਸੈਸ ਹੋਏਗਾ LMIS ਦਾ ਜਾਂ ਵਰਕ ਪਰਮਿਟ ਦਾ, ਇਹਦੇ ਬਾਰੇ ਤਾਂ ਅਸੀਂ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਤੁਹਾਡਾ ਕੋਈ ਸਵਾਲ ਹੈ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਕੈਨੇਡੀਅਨ ਇਮੀਗ੍ਰੇਸ਼ਨ ਉੱਤੇ ਤਾਜ਼ਾ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ICC ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ। ਸਵਾਗਤ ਹੈ ਸਰ। ਥੈਂਕ ਯੂ ਵੈਰੀ ਮਚ ਤਰਨ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ, ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ ਏਅਰ। ਕੀ ਹਾਲ ਚਾਲ ਹੈ ਸਰ? ਆਲ ਗੁੱਡ ਤਰਨ। ਠੰਡ ਹੋਣੀ ਸ਼ੁਰੂ ਹੋ ਗਈ ਹੈ। ਬਿਲਕੁਲ ਸਰ, ਠੰਡ ਹੋਣੀ ਸ਼ੁਰੂ ਹੋ ਗਈ ਹੁਣ। ਦਸੰਬਰ ਦਾ ਮੰਥ ਹੈ, ਅਸੀਂ ਵੀ ਅੱਗੇ ਡਿਸਕਸ ਕਰਦੇ ਹੁੰਦੇ ਹਾਂ ਕਿ ਹਜੇ ਉਸ ਅਕੋਰਡਿੰਗ ਨਹੀਂ ਹੋਈ ਜਿਵੇਂ ਪਹਿਲਾਂ ਕੁਝ ਸਾਲ ਪਹਿਲਾਂ ਹੁੰਦੀ ਸੀ। ਬਟ ਸਟਿਲ ਜੇ ਹੁਣ ਗੱਲ ਕਰੀਏ ਪੈਂਡੈਮਿਕ ਦੀ, ਤੇ ਇੱਕ ਵਾਰ ਫਿਰ ਤੋਂ ਰਿਸਟ੍ਰਿਕਸ਼ਨਸ ਸ਼ੁਰੂ ਹੋ ਗਈਆਂ ਨੇ। ਕੀ ਕੀਤਾ ਜਾਵੇ? ਮੈਨੂੰ ਪਤਾ ਸੀ ਤੁਸੀਂ ਘੁੰਮ ਕੇ ਇਮੀਗ੍ਰੇਸ਼ਨ ਦੇ ਉੱਤੇ ਆਉਣਾ, ਮੈਂ ਤਾਈਓ ਪਹਿਲੇ ਕਿਹਾ ਠੰਡ ਹਿੱਲ ਰਹੀ ਹੈ। ਤਰਨ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਜੀ ਕਿ ਜਿਹੜੀਆਂ ਓਮੀਕਰੋਨ ਦੀਆਂ ਨਵੇਂ ਵੇਰੀਐਂਟ ਦੀਆਂ ਰਿਸਟ੍ਰਿਕਸ਼ਨਸ ਨਜ਼ਰ ਆ ਰਹੀਆਂ ਹੈਗੀਆਂ, ਐਂਡ ਜਿਸ ਤਰ੍ਹਾਂ ਪ੍ਰੋਜੈਕਸ਼ਨਸ ਵੀ ਕੀਤੀਆਂ ਜਾ ਰਹੀਆਂ ਹੈਗੀਆਂ, ਬਿਕੋਜ਼ ਅੱਜ ਦੀ ਤਰੀਕ ਦੇ ਵਿੱਚ ਵੀ ਦੇਖੋ ਤੇ ਓਨਟਾਰੀਓ ਦੇ ਕੇਸਿਸ ਤਕਰੀਬਨ 1000 ਤੋਂ ਉੱਪਰ ਹੈਗੇ ਨੇ, 1000 ਦੇ ਆਸ-ਪਾਸ ਹੈਗੇ ਨੇ, 975 918 ਉੱਥੇ ਚੱਲ ਰਹੇ ਨੇ। ਬਟ ਜੇ ਐਂਡ ਐਜ਼ ਪਰ ਦਾ ਪ੍ਰੋਜੈਕਸ਼ਨਸ ਜੇ ਇਹ ਵੀ ਲੱਗ ਰਿਹਾ ਕਿ ਅਗਲੇ 3 ਹਫ਼ਤਿਆਂ ਦੇ ਵਿੱਚ ਇਹ 2000 ਨੂੰ ਵੀ ਟੱਚ ਕਰ ਸਕਦੇ ਹੈਗੇ ਨੇ। ਸੋ ਜੇ 2000 ਨੂੰ ਟੱਚ ਕਰਦੇ ਨੇ, ਸਾਡੇ ਮੈਡੀਕਲ ਸਿਸਟਮ ਦੇ ਉੱਤੇ ਫਿਰ ਪ੍ਰੈਸ਼ਰ ਆ ਜਾਏਗਾ। ਆਈ ਥਿੰਕ ਗਵਰਨਮੈਂਟ ਵਿਲ ਬੀ ਫੋਰਸਡ ਟੂ ਗੋ ਇਨਟੂ ਰਿਸਟ੍ਰਿਕਸ਼ਨਸ ਫਰਦਰ। ਸੋ ਟਰੈਵਲ ਰਿਸਟ੍ਰਿਕਸ਼ਨਸ ਅੱਗੇ ਹੋਰ ਲੱਗਣ ਦੀਆਂ ਉਮੀਦਾਂ ਵੱਧ ਸਕਦੀਆਂ ਹੈਗੀਆਂ, ਚਾਂਸਸ ਹੈਗੇ ਨੇ। ਐਂਡ ਜੇ ਇਹ ਨੰਬਰਸ ਵੱਧਦੇ ਨੇ, ਹੋ ਸਕਦਾ ਕਿ ਉਹ ਜਿਹੜਾ 14 ਦੇ ਕੁਆਰੰਟਾਈਨ ਪੀਰੀਅਡ ਸੀਗਾ ਉਹਦੇ ਵਿੱਚ ਵਾਪਸ ਗਵਰਨਮੈਂਟ ਉਹਦੇ ਤੇ ਵੀ ਡਿਸੀਜਨ ਲੈਣਾ ਪਵੇ। ਹਾਲਾਂਕਿ ਜਿਸ ਤਰੀਕੇ ਨਾਲ ਜੇ ਫਲਾਈਟਸ ਚੱਲ ਰਹੀਆਂ ਨੇ, ਕੁਝ ਅਸੀਂ ਕਹਿ ਸਕਦੇ ਹਾਂ ਸਾਊਥ ਅਫਰੀਕਨ ਕੰਟੀਨੈਂਟ ਦੀਆਂ ਜਿਹੜੀਆਂ ਕੰਟਰੀਜ਼ ਨੇ ਉਹਨਾਂ ਤੇ ਤਾਂ ਕੁਝ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਨੇ, ਪਰ ਜੇ ਬਾਕੀ ਕੰਟਰੀਜ਼ ਤੋਂ ਆਉਣ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਜਿਵੇਂ ਵਰਕ ਪਰਮਿਟ ਦੀਆਂ ਐਪਲੀਕੇਸ਼ਨ ਸਤੰਬਰ ਤੋਂ ਬਾਅਦ ਇੱਕਦਮ ਹੀ ਅਸੀਂ ਦੇਖਿਆ ਸੀ ਕਿ ਜੋ ਦੇਖਣ ਨੂੰ ਮਿਲਿਆ ਸੀ ਕਿ ਬਹੁਤ ਛੇਤੀ ਐਕਸੈਪਟ ਹੋ ਰਹੀਆਂ ਸੀ। ਇਮੀਗ੍ਰੇਸ਼ਨ ਦੇ ਵਿੱਚ ਹੁਣ ਕੀ ਹੈ, ਜਿਹੜੀਆਂ ਟੈਂਪਰੇਰੀ ਐਪਲੀਕੇਸ਼ਨਸ ਨੇ ਉਹਨਾਂ ਉੱਤੇ ਕੰਮ ਚੱਲ ਰਿਹਾ ਜਾਂ ਉਹਨਾਂ ਨੂੰ ਹਜੇ ਕੁਝ ਔਨ ਹੋਲਡ ਪਾਇਆ ਗਿਆ, ਕਿਉਂਕਿ ਜਿਨ੍ਹਾਂ ਨੇ ਵਿਜ਼ਟਰ ਵੀਜ਼ਾ ਜਾਂ ਸੁਪਰ ਵੀਜ਼ਾ ਲਈ ਅਪਲਾਈ ਕੀਤਾ ਹੋਇਆ ਖਾਸ ਤੌਰ ਤੇ? ਤਰਨ, ਸੈਪਟੈਂਬਰ 7 ਤੋਂ ਬਾਅਦ ਗਵਰਨਮੈਂਟ ਨੇ ਡਿਸੀਜਨ ਦਿੱਤਾ ਸੀਗਾ ਕਿ ਜੇ ਤੁਸੀਂ ਟੈਂਪਰੇਰੀ ਐਪਲੀਕੇਸ਼ਨ ਪੁੱਟ ਅਪ ਕੀਤੀ ਹੈਗੀ ਹੈ ਐਂਡ ਉਹਦੇ ਤੇ ਡਿਸੀਜਨ ਨਹੀਂ ਆਇਆ ਤੇ ਤੁਸੀਂ ਨਵੀਂ ਐਪਲੀਕੇਸ਼ਨ ਆਪਣੀ ਪੁੱਟ ਅਪ ਕਰ ਸਕਦੇ ਹੋ। ਐਂਡ ਸੈਪਟੈਂਬਰ 7 ਤੋਂ ਬਾਅਦ ਅਸੀਂ ਡਿਸੀਜਨ ਵੀ ਦੇਖਿਆ, ਕੁਝ ਡਿਸੀਜਨ ਤੇ 2-3 ਦਿਨਾਂ ਦੇ ਵਿੱਚ ਪਾਸਪੋਰਟ ਰਿਕੁਐਸਟ ਆ ਗਈ, ਕੁਝ 3 ਹਫ਼ਤਿਆਂ ਦੇ ਵਿੱਚ ਆ ਗਈ, ਕੁਝ 4 ਹਫ਼ਤਿਆਂ ਦੇ ਵਿੱਚ ਆ ਗਏ। ਸੋ ਐਬਸੋਲਿਊਟਲੀ ਉਹ ਚੀਜ਼ਾਂ ਤਾਂ ਹੈਗੀਆਂ, ਬਟ ਅਗੇਨ ਜੇ ਆ ਰਿਸਟ੍ਰਿਕਸ਼ਨਸ ਆ ਜਾਂਦੀਆਂ, ਇਹ ਵੇਰੀਐਂਟ ਸਾਨੂੰ ਹੋਰ ਤੰਗ ਕਰਦਾ, ਕੇਸਿਸ ਵੱਧ ਜਾਂਦੇ ਨੇ ਤੇ ਵੀ ਮਾਈਟ ਸੀ ਅਗੇਨ ਅ stoppage on lot of things. So again focus ਵਾਪਸ within Canadian applicants ਦੇ ਉੱਤੇ ਚਲਾ ਜਾਏਗਾ, and even permanent residency ਵਾਸਤੇ ਵੀ ਉਹਦੇ ਉੱਤੇ ਟਾਰਗੇਟ ਵੱਧ ਜਾਏਗਾ। ਅਸੀਂ ਡਿਸਕਸ ਕਰ ਰਹੇ ਸੀ, ਆਪਾਂ ਇੱਕ ਹੁਣੀ ਵੀ ਨਿਊਜ਼ ਦੇਖ ਕੇ ਹਟਿਆ ਕਿ 1.8 ਬਿਲੀਅਨ ਐਪਲੀਕੇਸ਼ਨਸ ਇਸ ਵਕਤ ਜਿਹੜੀਆਂ ਨੇ ਕਿ ਪ੍ਰੋਸੈਸ ਅੰਡਰ ਪ੍ਰੋਸੈਸ ਨੇ, ਜਿਹਦੇ ਬਾਰੇ ਹਜੇ ਫੈਸਲਾ ਲੈਣਾ ਬਾਕੀ ਆ। ਜਿਹੇ ਵਿੱਚ ਕੀ ਆਉਣ ਵਾਲੇ ਸਮੇਂ 'ਚ ਪੋਸੀਬਿਲਿਟੀ ਦੇਖੀ ਜਾ ਸਕਦੀ ਹੈ ਕਿ ਕੁਝ ਸਮੇਂ ਲਈ ਕੁਝ ਡਰਾਫਟ ਜਿਹੜੇ ਆ ਉਹ ਵੀ ਔਨ ਹੋਲਡ ਕਰ ਦਿੱਤੇ ਜਾਣ, ਤਾਂ ਕਿ ਜਿਹੜੀਆਂ ਪਹਿਲੀਆਂ ਐਪਲੀਕੇਸ਼ਨਸ ਦਾ ਆਲਰੇਡੀ ਬੈਕਲੌਗ ਹੋਇਆ ਹੋਇਆ ਕਿ ਉਹਨਾਂ ਦਾ ਉੱਤੇ ਛੋੜਾ ਛੇਤੀ ਤਰੀਕੇ ਨਾਲ ਕੰਮ ਕੀਤਾ ਜਾ ਸਕੇ? ਤਰਨ, ਤੁਸੀਂ ਇੱਕ ਚੀਜ਼ ਦੇਖੋ ਕਿ ਜਿਹੜੀਆਂ ਐਪਲੀਕੇਸ਼ਨਸ ਔਨ ਹੋਲਡ ਹੈਗੀਆਂ ਉਹ ਇਨਸਾਈਡ ਵਾਲੀਆਂ ਐਪਲੀਕੇਸ਼ਨਸ ਨਹੀਂ ਹੈਗੀਆਂ, ਉਹ ਬਾਹਰੋਂ ਕੈਨੇਡਾ ਦੇ ਆਊਟਸਾਈਡ ਤੋਂ ਪ੍ਰੋਸੈਸ ਹੋ ਰਹੀਆਂ ਉਹ ਐਪਲੀਕੇਸ਼ਨਸ ਹੈਗੀਆਂ। ਐਂਡ ਵਿਦਿਨ ਕੈਨੇਡਾ ਐਪਲੀਕੇਸ਼ਨ ਤੇ ਤੁਸੀਂ ਦੇਖੋ ਕਿ 4.25 ਲੱਖ ਦੇ ਆਸ-ਪਾਸ ਅਸੀਂ ਫਿਰ ਟਾਰਗੇਟ ਅਚੀਵ ਕਰਨ ਜਾ ਰਹੇ ਹਾਂ 2021 ਦਾ। ਤਾਂ ਵਿਦਿਨ ਕੈਨੇਡਾ ਦੇ ਉੱਤੇ ਤੇ ਰਿਸਟ੍ਰਿਕਸ਼ਨ ਸੀਗੀਆਂ ਹੀ ਨਹੀਂ। ਐਸੇ ਵਾਸਤੇ CEC ਕਲਾਸ ਦੇ ਵਿੱਚ ਇੰਨੀਆਂ ਡਰਾਜ਼ ਹੋਏ, ਇੰਨੇ TR to PR ਦੇ ਵਿੱਚ ਇੰਨੀਆਂ ਐਪਲੀਕੇਸ਼ਨਸ ਥਰੂ ਹੋਈਆਂ। ਐਂਡ ਆਈ ਥਿੰਕ ਵਿਦਿਨ ਕੈਨੇਡਾ ਐਪਲੀਕੈਂਟਸ ਨੂੰ ਫੇਵਰ ਹੀ ਹੋਇਆ ਇਹ ਸਾਰੀ ਰਿਸਟ੍ਰਿਕਸ਼ਨਸ ਕਰਕੇ। ਤੁਸੀਂ ਦੇਖੋ 75 ਦੇ ਡਰਾ ਤੇ ਕਦੀ ਤੁਸੀਂ ਸੋਚਿਆ ਸੀ ਕਿ ਡਰਾ ਆਊਟ ਹੋ ਜਾਏਗਾ? ਕਦੀ ਇਹ ਸੋਚਿਆ ਸੀਗਾ ਕਿ ਇੰਟਰਨੈਸ਼ਨਲ ਸਟੂਡੈਂਟ ਪੜ੍ਹਾਈ ਕਰਕੇ ਨਿਕਲ ਰਿਹਾ ਤੇ ਸੈਸ਼ਨ ਕੰਪਲੀਟ ਕਰ ਰਿਹਾ ਤੇ ਮਈ ਦੇ ਸੈਸ਼ਨ ਵਾਲੇ ਸ਼ੁਰੂ ਨਹੀਂ ਆ ਰਿਹਾ, 2 ਦਿਨ ਨਹੀਂ ਹੋਏ ਤੇ ਜੌਬ ਆਫਰ ਵੀ ਹੈਗੀ ਹੈ, ਜੇ 2 ਦਿਨ ਵੀ ਕੰਮ ਕੀਤਾ ਤੇ ਉਹਦੀ ਐਪਲੀਕੇਸ਼ਨ PR ਵਾਸਤੇ ਲੱਗ ਸਕੇਗੀ। ਸੋ ਯੈਸ, ਫੇਵਰ ਹੋਇਆ ਹੈਗਾ, ਬਟ ਇਨ ਕੈਨੇਡਾ ਐਪਲੀਕੈਂਟਸ ਨੂੰ
ਐਂਡ ਇਹਦਾ ਸੈਟਬੈਕ ਵੀ ਬਹੁਤ ਵੱਡਾ ਹੋਇਆ, ਬਿਜ਼ਨਸਿਸ ਨੂੰ ਬੜਾ ਖਮਿਆਜਾ ਝੇਲਣਾ ਪਿਆ ਹੈਗਾ, ਬਿਕੋਜ਼ ਤੁਸੀਂ ਦੇਖੋ ਜਿੰਨੇ ਵੀ ਬਿਜ਼ਨਸਿਸ ਹੈਗੇ ਨੇ ਇਸ ਟਾਈਮ ਤੇ ਉਹਨਾਂ ਕੋਲ ਦੇ ਆਰ ਡਰਸਟਿਕਲੀ ਸ਼ਾਰਟ ਆਫ ਵਰਕਰਸ। ਤੁਸੀਂ ਟਰੱਕਿੰਗ ਇੰਡਸਟਰੀ ਨੂੰ ਪਿਕ ਕਰ ਲਓ, ਤੁਸੀਂ ਹਸਪਿਟੈਲਿਟੀ ਇੰਡਸਟਰੀ ਨੂੰ ਪਿਕ ਕਰ ਲਓ, ਹੋਟਲ ਇੰਡਸਟਰੀ ਨੂੰ ਪਿਕ ਕਰ ਲਓ, ਰੈਸਟੋਰੈਂਟ ਇੰਡਸਟਰੀ ਨੂੰ ਪਿਕ ਕਰ ਲਓ, ਹੈਲਥ ਕੇਅਰ ਨੂੰ ਪਿਕ ਕਰ ਲਓ, ਤੁਸੀਂ ਫਾਰਮਸ ਨੂੰ ਪਿਕ ਕਰ ਲਓ, ਮੈਨੂਫੈਕਚਰਿੰਗ ਨੂੰ ਪਿਕ ਕਰ ਲਓ। ਐਵਰੀ ਇੰਡਸਟਰੀ ਇਜ਼ ਡਰਾਸਟਿਕਲੀ ਸ਼ਾਰਟ ਆਫ ਵਰਕਰਸ ਐਂਡ ਬਹੁਤ ਸਾਰੇ ਇਹੋ ਜਿਹੇ ਬਿਜ਼ਨਸ ਹੈਗੇ ਨੇ ਜਿੱਥੇ ਮੈਂ ਦੇਖ ਰਿਹਾ ਕਿ ਬਿਜ਼ਨਸ ਓਨਰ ਹਸਬੈਂਡ ਵਾਈਫ ਬੱਚੇ ਸਕੂਲ ਗੋਇੰਗ ਬੱਚੇ ਵੀ ਬਿਜ਼ਨਸ ਦੇ ਉੱਤੇ ਖੜੇ ਨੇ ਬਿਕੋਜ਼ ਦੇ ਕੈਨ ਨਾਟ ਅਫੋਰਡ ਕਿ ਉਹ ਬਿਜ਼ਨਸ ਸ਼ਟ ਡਾਊਨ ਹੋਵੇ। ਸੋ ਐਵਰੀਬਡੀ ਇਜ਼ ਪਲੇਇੰਗ ਦ ਮੇਜਰ ਰੋਲ। ਸੋ ਯੈਸ ਅਸੀਂ ਡਰਾਸਟਿਕਲੀ ਸ਼ਾਰਟ ਹੈਗੇ ਜੀ। ਰਾਈਟ ਅਵੇ ਵੀ ਹੈਵ ਆ ਓਪਨਿੰਗਸ ਆਫ ਐਟਲੀਸਟ 1 ਮਿਲੀਅਨ ਵਰਕਰਸ ਇਨ ਕੈਨੇਡਾ ਐਂਡ ਇਹਨਾਂ ਸਾਰੀ ਇੰਡਸਟਰੀਜ਼ ਦੇ ਵਿੱਚ ਓਪਨਿੰਗਸ ਹੈਗੀਆਂ। ਈਵਨ ICC ਦੇ ਕੋਲ ਕਾਫੀ ਸਾਰੀਆਂ ਓਪਨਿੰਗਸ ਹੈਗੀਆਂ ਐਂਡ ਤਰਨ ਜੀ ਅਗਸਤ ਤੋਂ ਬਾਅਦ ਥੋੜੀ ਜਿਹੀ ਮੂਵਮੈਂਟ ਸ਼ੁਰੂ ਹੋਈ ਸੀ ਐਂਡ ਜਿਹੜੇ ਪਿਛਲੇ ਵਰਕ ਪਰਮਿਟ LMI ਦੀ ਐਪਲੀਕੇਸ਼ਨਸ ਲੱਗੀਆਂ ਹੋਈਆਂ ਸੀ ਉਹ ਪ੍ਰੋਸੈਸ ਹੋਣੀਆਂ ਸ਼ੁਰੂ ਹੋ ਗਏ ਸੀ। ਤੁਹਾਨੂੰ ਯਾਦ ਹੋਏਗਾ ਕਿ ਈਵਨ ਜਿਹੜਾ ਪਾਇਲਟ ਚੱਲ ਰਿਹਾ ਸੀਗਾ ਵਿਦ ਇਨ ਕੈਨੇਡਾ, ਜੇ ਕੋਈ ਵਿਜ਼ਿਟ ਤੇ ਆਇਆ ਪਬਲਿਕ ਪਾਲਿਸੀ ਸੀਗੀ ਉਹ 28 ਫੈਬਰੂਰੀ ਤੱਕ ਐਕਸਟੈਂਡ ਹੋ ਗਈ ਸੀ। ਸੋ ਜੇ ਹਾਲਾਤ ਚੱਲ ਰਹੇ ਨੇ ਤੇ ਹੋ ਸਕਦਾ ਉਹ ਪਾਲਿਸੀ ਫਰਦਰ ਡਾਊਨ ਐਕਸਟੈਂਡ ਹੋ ਸਕਦੀ ਹੈਗੀ ਹੈ। ਐਂਡ ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਵਰਕ ਪਰਮਿਟ ਤੇ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਹੋ, ਤੁਹਾਨੂੰ LMI ਮਿਲਦਾ, ਦੇਰ ਆਰ 99% ਚਾਂਸਸ ਕਿ ਤੁਹਾਡੀ ਵਰਕ ਪਰਮਿਟ ਦੀ ਐਪਲੀਕੇਸ਼ਨ ਥਰੂ ਹੋ ਸਕਦੀ ਹੈ, ਪ੍ਰੋਵਾਈਡਡ ਤੁਸੀਂ ਸੇਮ ਇੰਡਸਟਰੀ ਦੇ ਵਿੱਚ ਹੋ। ਐਂਡ ਇੱਕ ਹੋਰ ਐਡਵਾਂਟੇਜ ਵਿਦ ਇਨ ਕੈਨੇਡਾ ਐਪਲੀਕੈਂਟਸ ਦੇ ਕੋਲ ਕੀ ਹੈਗਾ ਕਿ ਤੁਹਾਨੂੰ ਆਈਲੈਟਸ ਦੀ ਲੋੜ ਨਹੀਂ ਹੈਗੀ, ਤਾਂ ਬਿਨਾਂ ਆਈਲੈਟ ਦੇ ਵੀ ਤੁਹਾਡੀ ਐਪਲੀਕੇਸ਼ਨ ਫॉर ਵਰਕ ਪਰਮਿਟ ਪ੍ਰੋਸੈਸ ਹੋ ਸਕਦੀ ਹੈ। ਜਿਹੜੇ ਇਸ ਵਕਤ ਵਿਜ਼ਟਰ ਵੀਜ਼ਾ ਤੇ ਆਏ ਨੇ, ਤੁਸੀਂ ਗੱਲ ਕੀਤੀ ਹੈ ਕਿ 28 ਫੈਬ 2022 ਤੱਕ ਜਿਹੜੀ ਉਹਨਾਂ ਕੋਲ ਓਪਰਚੁਨਿਟੀਜ਼ ਹੈਗੀਆਂ ਨੇ। ਸੋ ਕੀ ਇਸ ਤੋਂ ਪਹਿਲਾਂ ਜੇਕਰ ਅਸੀਂ ਫਾਈਲ ਪ੍ਰੋਸੈਸ ਲਗਾਉਂਦੇ ਆ ਤਾਂ ਇਨ ਦਾ ਮੀਨ ਟਾਈਮ ਕਿ ਉਹਨਾਂ ਦਾ ਹੋ ਸਕਦਾ ਹੈ ਕੰਮ, ਕਿੰਨਾ ਸਮਾਂ ਲੱਗਦਾ ਹੈ ਜੇ ਇੱਥੇ ਵਰਕ ਪਰਮਿਟ ਦੀ ਐਪਲੀਕੇਸ਼ਨ ਦੀ ਗੱਲ ਕੀਤੀ? ਤਰਨ ਅੱਜ ਦੀ ਤਰੀਕ ਦੇ ਵਿੱਚ LMI ਪ੍ਰੋਸੈਸਿੰਗ ਟਾਈਮ ਵਧਿਆ ਹੋਇਆ ਹੈ, ਰਾਈਟ। ਪਹਿਲੇ LMI ਪ੍ਰੋਸੈਸਿੰਗ ਟਾਈਮ ਡਰਾਸਟਿਕਲੀ ਘਟਿਆ ਹੋਇਆ ਸੀਗਾ। ਅੱਜ ਦੀ ਤਰੀਕ ਸਭ ਤੋਂ ਪਹਿਲਾਂ ਤਾਂ ਐਡਵਰਟਾਈਜ਼ਮੈਂਟ ਚੱਲਣੀ ਹੈ ਐਂਡ 28 ਡੇਜ਼ ਐਡਵਰਟਾਈਜ਼ਮੈਂਟ। ਐਂਡ ਐਡਵਰਟਾਈਜ਼ਮੈਂਟ ਵੀ ਕਿੱਥੇ ਹੋਣੀ ਹੈ? ਸਭ ਤੋਂ ਪਹਿਲਾਂ ਤਾਂ ਜੌਬ ਬੈਂਕ ਦੇ ਉੱਤੇ ਹੋਣੀ ਹੈ, ਇੰਡੀਜਨਸ ਵੈਬਸਾਈਟ ਦੇ ਉੱਤੇ ਹੋਣੀ ਹੈ, ਤੀਸਰੀ ਹੋਣੀ ਹੈ ਜੀ ਨਿਊ ਕਮਰਸ ਵੈਬਸਾਈਟਸ ਤੇ। ਐਂਡ ਉਸ ਤੋਂ ਬਾਅਦ ਜੇ ਸੈਲਰੀ ਤੁਸੀਂ ਮੀਡੀਅਨ ਤੋਂ ਥੱਲੇ ਆਫਰ ਕਰ ਰਹੇ ਹੋ ਤੇ ਯੂ ਹੈਵ ਟੂ ਐਡਵਰਟਾਈਜ਼ ਔਨ 2 ਮੋਰ ਪਲੇਸਿਸ। ਐਂਡ ਉਸ ਤੋਂ ਬਾਅਦ 28 ਡੇਜ਼ ਐਡਵਰਟਾਈਜ਼ਮੈਂਟ ਚੱਲਦੀ ਹੈਗੀ। ਉਸ ਤੋਂ ਬਾਅਦ ਜਿੰਨੇ ਐਪਲੀਕੈਂਟਸ ਨੇ ਅਪਲਾਈ ਕੀਤਾ ਤੁਸੀਂ ਉਹਨਾਂ ਐਪਲੀਕੈਂਟਸ ਨੂੰ ਇੰਟਰਵਿਊ ਕਰਨਾ ਹੈ, ਦੇਖਣਾ ਕਿ ਕਿਹੜਾ ਸੂਟੇਬਲ ਕੈਂਡੀਡੇਟ ਹੈਗਾ ਜਿਹੜਾ ਮੈਂ ਪਿਕ ਕਰ ਸਕਦਾ ਇਹਨਾਂ ਪੂਲ ਆਫ ਕੈਂਡੀਡੇਟਸ ਤੋਂ। ਉਸ ਤੋਂ ਬਾਅਦ ਜਿਹੜਾ ਪਰਟੀਕੂਲਰ ਕੈਂਡੀਡੇਟ ਪਿਕ ਕਰ ਰਹੇ ਉਹਦੇ ਕੀ ਰੀਜ਼ਨਸ ਹੈਗੇ ਨੇ ਉਹ ਤੁਹਾਨੂੰ ਜਦੋਂ ਆਫਿਸਰ ਨੂੰ ਤੁਸੀਂ ਐਪਲੀਕੇਸ਼ਨ ਭੇਜਦੇ ਹੈਗੇ ਹੋ ਤੇ ਤੁਹਾਨੂੰ ਡਿਸਕਸ ਕਰਨਾ ਪੈਂਦਾ, ਉਹਨੂੰ ਦੱਸਣਾ ਪੈਂਦਾ ਕਿ ਇੰਨੇ ਐਪਲੀਕੈਂਟਸ ਨੇ ਅਪਲਾਈ ਕੀਤਾ, ਇੰਨੇ ਮੈਚ ਕਰਦੇ ਪਏ ਸੀਗੇ ਮੇਰੇ ਪ੍ਰੋਫਾਈਲ ਨੂੰ, ਮੇਰੀ ਐਡਵਰਟਾਈਜ਼ਮੈਂਟ ਦੇ ਪ੍ਰੋਫਾਈਲ ਨੂੰ, ਇੰਨਿਆਂ ਨੂੰ ਮੈਂ ਇੰਟਰਵਿਊ ਕੀਤਾ ਐਂਡ ਉਹਨਾਂ ਦੇ ਵਿੱਚੋਂ ਮੈਂ ਇੱਕ ਪਰਟੀਕੂਲਰ ਕੈਂਡੀਡੇਟ ਕਿਉਂ ਪਿਕ ਕੀਤਾ। ਸੋ ਉਹ ਰੀਜ਼ਨ ਵਾਸਤੇ ਤੁਹਾਡੀ ਜੇ ਤੁਸੀਂ ਤਿਆਰ ਹੈਗੇ ਹੋ ਤੇ ਤੁਹਾਡੀ LMI ਅਪਰੂਵ ਹੋਣ ਦੇ ਵਿੱਚ ਕੋਈ ਚਾਂਸਸ ਨਹੀਂ ਹੋਣਗੇ, ਕੋਈ ਇਸ਼ੂ ਨਹੀਂ ਹੋਣਗੇ। ਅੱਜ ਦੀ ਤਰੀਕ ਦੇ ਵਿੱਚ ਜਿਹੜਾ ਪਹਿਲੇ ਪ੍ਰੋਸੈਸਿੰਗ ਟਾਈਮ ਸੀਗਾ ਤਰਨ, ਅਸੀਂ ਐਪਲੀਕੇਸ਼ਨ ਭੇਜਦੇ ਸੀਗੇ ਵਿਦਿਨ 4 to 5 ਡੇਜ਼ ਆਫਿਸਰ ਇੰਟਰਵਿਊ ਵਾਸਤੇ ਕਾਲ ਕਰ ਦਿੰਦੇ ਸੀਗੇ, ਆਫਿਸਰ ਇੰਪਲੋਇਰ ਨਾਲ ਡਿਸਕਸ ਕਰਨ ਵਾਸਤੇ। ਅੱਜ ਦੀ ਤਰੀਕ ਦੇ ਵਿੱਚ ਉਹ ਜਿਹੜਾ ਪ੍ਰੋਸੈਸਿੰਗ ਟਾਈਮ ਹੈ 1 ਹਫ਼ਤਿਆਂ ਤੋਂ ਵੱਧ ਕੇ 6 ਤੋਂ 8 ਹਫ਼ਤੇ ਹੋਇਆ ਹੈ, ਈਵਨ ਕੁਝ ਇੰਸਟੈਂਸਿਸ ਦੇ ਵਿੱਚ ਈਵਨ 10 ਹਫ਼ਤੇ ਵੀ ਹੋਇਆ ਹੈ। ਸੋ processing time is on a higher side at this moment, but yes ਪ੍ਰੋਸੈਸਿੰਗ ਟਾਈਮ ਥੱਲੇ ਵੀ ਆ ਸਕਦਾ ਬਿਕੋਜ਼ ਪ੍ਰੋਬੇਬਲੀ ਇਲੈਕਸ਼ਨਸ ਤੋਂ ਬਾਅਦ ਡਿਫਰੈਂਟ ਇੰਸਟਰਕਸ਼ਨਸ ਆਉਣੀਆਂ ਸੀਗੀਆਂ। ਦੈਟ ਮਾਈਟ ਬੀ ਦਾ ਵਨ ਰੀਜ਼ਨ ਕਿ ਹੋਲਡ ਦੇ ਉੱਤੇ ਚੀਜ਼ਾਂ ਹੋਣ ਤੇ ਹੁਣ ਦੇ ਸ਼ੁੱਡ ਬੀ ਬੈਕ ਅਪ। ਐਂਡ ਤੁਸੀਂ LMI ਕਰਵਾਉਣਾ ਚਾਹੁੰਦੇ ਹੋ, ਤੁਸੀਂ ਵਿਦ ਇਨ ਕੈਨੇਡਾ ਵਰਕ ਪਰਮਿਟ ਤੇ ਵਿਜ਼ਿਟ ਤੇ ਆਏ ਹੋਏ ਹੋ, ਤੁਸੀਂ ਓਪਰਚੁਨਿਟੀਜ਼ ਲੱਭ ਰਹੇ ਹੋ ਹਸਪਿਟੈਲਿਟੀ ਸੈਕਟਰ ਦੇ ਵਿੱਚ। ICC ਦੇ ਕੋਲ ਅੱਜ ਵੀ ਓਪਨਿੰਗਸ ਮੌਜੂਦ ਹੈਗੀਆਂ, ਇਸੇ ਤਰ੍ਹਾਂ ਹੈਲਥ ਕੇਅਰ ਦੇ ਵਿੱਚ ਸਾਡੇ ਕੋਲ ਓਪਨਿੰਗਸ ਮੌਜੂਦ ਹੈਗੀਆਂ। ਐਂਡ ਜੇ ਤੁਹਾਡੇ ਕੋਲ ਇੰਪਲੋਇਰ ਹੈਗਾ ਜਿਹੜਾ ਤੁਹਾਨੂੰ ਹੈਲਪ ਕਰਨ ਵਾਸਤੇ ਤਿਆਰ ਹੈਗਾ, ਰੀਚ ਆਊਟ ਟੂ ICC ਇਮੀਗ੍ਰੇਸ਼ਨ ਐਂਡ we can assist you in processing, helping you in processing such applications as well. ਸਰ ਜਿਵੇਂ ਆਪਾਂ ਇਹਨਾਂ ਐਪਲੀਕੇਸ਼ਨਸ ਦੀ ਗੱਲ ਕੀਤੀ ਹੈ ਜਾਂ ਜੌਬ ਅਪਰਚੁਨਿਟੀਜ਼ ਦੀ ਗੱਲ ਕੀਤੀ ਹੈ, ਕੀ ਇਹਨਾਂ ਅਪਰਚੁਨਿਟੀਜ਼ ਦੇ ਜ਼ਰੀਏ ਕੱਲ ਨੂੰ PR ਤੱਕ ਦੀ ਵੀ ਪੋਸੀਬਿਲਿਟੀ ਹੋ ਸਕਦੀ ਹੈ? ਕਰਨ 75 ਦੇ ਡਰਾ ਦੇ ਤੇ ਹਰ ਇੱਕ ਨੂੰ ਓਪਰਚੁਨਿਟੀ ਦੇ ਦਿੱਤੀਆਂ ਜੀ। ਬਿਲਕੁਲ। ਐਂਡ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਹੈਗੇ ਹੋ, ਤੁਹਾਡੇ ਕੋਲ ਗ੍ਰੇਡ 12 ਵੀ ਹੈਗੀ ਹੈ ਤਾਂ ਵੀ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਪਿਕ ਹੋ ਸਕਦੇ ਹੋ। 75 ਦੇ ਡਰਾ ਨੇ ਇੱਕ ਚੀਜ਼ ਦੱਸ ਦਿੱਤੀ, ਇਹ ਰਿਪੀਟ ਹੋਏਗਾ ਜਾਂ ਨਹੀਂ ਹੋਏਗਾ ਟਾਈਮ ਵਿਲ ਟੈਲ, ਬਟ ਯੈਸ ਇੱਕ ਵਾਰੀ ਤਾਂ ਜੇ ਕਿਸੇ ਵੀ ਫੀਲਡ ਦੇ ਵਿੱਚ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੈਗਾ, ਬੇਸਿਕ ਆਈਲੈਟ ਕਰ ਸਕਦੇ ਹੋ ਤੇ ਤੁਹਾਡੀ PR ਪੋਸੀਬਲ ਸੀਗੀ। ਬਟ ਦੇ ਆਰ ਲੋਟ ਆਫ ਓਪਰਚੁਨਿਟੀਜ਼ PNPs ਦੇ ਵਿੱਚ ਵੀ। ਹੁਣ ਦੇਖੋ ਇਨ ਡਿਮਾਂਡ ਕੈਟੇਗਰੀ ਸਟਰੀਮਸ ਦੇ ਵਿੱਚ ਈਵਨ ਓਨਟਾਰੀਓ ਨੇ ਕੱਲ ਡਰਾ ਕੱਢਿਆ ਜੀ 1100 ਐਪਲੀਕੇਸ਼ਨ। ਹਾਂਜੀ 1100 ਐਪਲੀਕੇਸ਼ਨ ਜਿਹਦੇ ਵਿੱਚ ਜੌਬ ਆਫਰ ਵਾਲੇ ਐਪਲੀਕੈਂਟਸ ਸੀਗੇ, ਇਨ ਡਿਮਾਂਡ ਵਾਲੇ ਸੀਗੇ ਐਂਡ ਫੋਰਨ ਵਰਕਰਸ ਵੀ ਸੀਗੇ ਜਿਨ੍ਹਾਂ ਦੇ ਕੋਲ ਜੌਬ ਆਫਰ ਸੀਗੀਆਂ। ਸੋ ਸਾਰਿਆਂ ਨੂੰ ਮਿਲਾ ਕੇ ਹੁਣ ਇਸ ਟਾਈਮ ਤੇ ਹਰ ਪ੍ਰੋਵਿੰਸ ਚਾਹੁੰਦਾ ਹੈ ਕਿ
December is the last month, ਹੁਣ ਕੁਛ ਹੀ ਦਿਨ ਰਹਿ ਗਏ ਨੇ, ਜਿਹੜੇ ਜਿਨ੍ਹਾਂ ਦੇ ਕੋਲ ਕੋਟਾ ਪਿਆ ਹੋਏਗਾ they will utilize that quota ਤਾਂ ਕਿ ਉਹ ਅਗਲੇ ਸਾਲ ਉਹ ਨਵੇਂ ਕੋਟੇ ਦੇ ਵਿੱਚ ਤਾਂ ਐਡ ਹੋਣਾ ਨਹੀਂ ਹੈਗਾ, so they have to finish off their quota, so that is the reason ਸਾਰੇ ਡਰਾਜ਼ ਆਊਟ ਹੋ ਰਹੇ ਨੇ। ਇਸੇ ਤਰ੍ਹਾਂ ਐਲਬਰਟਾ ਨੇ ਡਰਾ ਆਊਟ ਕੀਤਾ, ਸੈਸਕੈਚੁਅਨ ਨੇ ਇਨ ਡਿਮਾਂਡ ਕੈਟੇਗਰੀ ਲੈ ਕੇ ਆਏ ਨੇ, ਨੋਵਾ ਸਕੋਸ਼ੀਆ ਪ੍ਰਿੰਸ ਐਡਵਰਡ ਆਈਲੈਂਡ ਆਪਣੇ ਡਰਾਜ਼ ਆਊਟ ਕਰ ਰਿਹਾ ਹੈਗਾ। ਸੋ ਐਵਰੀ ਪ੍ਰੋਵਿੰਸ ਵਾਂਟਸ ਕਿ ਇਸ ਟਾਈਮ ਤੇ ਅਸੀਂ ਆਪਣੇ ਕੋਟਾਸ ਯੂਜ਼ ਕਰ ਲਈਏ, ਐਂਡ ਹਰ ਇੱਕ ਪ੍ਰੋਵਿੰਸ ਦੇ ਵਿੱਚ ਇਨ ਡਿਮਾਂਡ ਕੈਟੇਗਰੀ ਦੇ ਵਿੱਚ ਈਵਨ ਬੇਸਿਕ ਜੌਬਸ ਹੈਗੀਆਂ, ਤੁਹਾਡੇ ਕੋਲ ਗ੍ਰੇਡ 12 ਹੈਗਾ ਹੈ, ਘੱਟੋ ਘੱਟ 1 ਸਾਲ ਦਾ ਪਿਛਲਾ ਐਕਸਪੀਰੀਅੰਸ ਹੈਗਾ, ਬੇਸਿਕ 4 ਬੈਂਡ ਆਈਲੈਟ ਦੇ ਵਿੱਚ ਲੈ ਸਕਦੇ ਹੋ, ਤਾਂ ਤੁਹਾਡੀ PR ਪੋਸੀਬਲ ਹੈਗੀ ਹੈ ਇਨ PNP ਪ੍ਰੋਗਰਾਮਸ। ਈਵਨ ਨੋਵਾ ਸਕੋਸ਼ੀਆ, ਨਿਊ ਬ੍ਰਾਂਸਵਿਕ, ਨਿਊ ਫਾਊਂਡਲੈਂਡ, ਲੈਬਰਾਡੋਰ ਦੇ ਵਿੱਚ ਜਿਹੜੇ ਪਾਇਲਟ ਚੱਲ ਰਹੇ ਨੇ, ਈਵਨ ਨੋਵਾ ਸਕੋਸ਼ੀਆ ਦਾ ਜਿਹੜਾ ਪਾਇਲਟ ਹੈਗਾ 4 ਬੈਂਡਸ, ਤੁਹਾਡੇ ਕੋਲ ਹਸਪਿਟੈਲਿਟੀ ਦਾ, ਫੂਡ ਸਰਵਰ ਦਾ ਐਕਸਪੀਰੀਅੰਸ ਹੈਗਾ, ਰੂਮ ਕਲੀਨਰ ਦਾ ਐਕਸਪੀਰੀਅੰਸ ਹੈ, ਤਾਂ ਵੀ ਤੁਸੀਂ ਕੁਆਲੀਫਾਈ ਕਰਦੇ ਹੈਗੇ ਹੋ, ਤੁਹਾਡੇ ਕੋਲ ਲੌਜਿਸਟਿਕਸ ਦਾ ਐਕਸਪੀਰੀਅੰਸ ਹੈ ਤਾਂ ਵੀ ਤੁਸੀਂ ਕੁਆਲੀਫਾਈ ਕਰਦੇ ਹੋ, ਫਾਰਮ ਦਾ ਐਕਸਪੀਰੀਅੰਸ ਹੈ ਤਾਂ ਵੀ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਸੋ ਓਪਰਚੁਨਿਟੀਜ਼ ਬਹੁਤ ਹੈਗੀਆਂ, ਓਨਲੀ ਥਿੰਗ ਇਜ਼ ਤੁਸੀਂ ਦੇਖਣਾ ਹੈ ਕਿ ਮੈਂ ਇਸ ਓਪਰਚੁਨਿਟੀ ਨੂੰ ਕਿਸ ਤਰ੍ਹਾਂ ਗ੍ਰੈਬ ਕਰਨਾ ਹੈਗਾ। ਬਿਲਕੁਲ ਸਰ, ਜਿਵੇਂ ਇਸ ਵਕਤ ਡਿਲੇਸ ਵੀ ਹੋ ਰਹੇ ਨੇ ਅਜਿਹੇ ਵਿੱਚ, ਜਿਹੜੇ ਇਨਸਾਈਡ ਕੈਨੇਡਾ ਦੇ ਵਿੱਚ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਓਪਰਚੁਨਿਟੀਜ਼ ਮਿਲਦੀਆਂ ਪਈਆਂ ਨੇ, 2 ਸਾਲਾਂ 'ਚ ਮਿਲੀਆਂ ਵੀ ਨੇ ਤੇ ਹੁਣ ਵੀ ਮਿਲ ਰਹੀਆਂ ਨੇ। ਸੋ ਅਜਿਹੇ 'ਚ ਤੁਸੀਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਕਿ ਜਿਵੇਂ ਫੈਬ ਤੱਕ ਜਿਹੜਾ ਪਾਇਲਟ ਪ੍ਰੋਜੈਕਟ ਦੀ ਗੱਲ ਹੋ ਰਹੀ ਹੈ, ਸ਼ਾਇਦ ਇਹਨੂੰ ਵੀ ਅੱਗੇ ਕਰ ਦਿੱਤਾ ਜਾਵੇ। ਸੋ ਜੇਕਰ ਓਨਟਾਰੀਓ ਜਾਂ BC ਨੂੰ ਛੱਡਿਆ ਜਾਵੇ, ਇਸ ਵਕਤ ਹੋਰ ਕਿਹੜੀ ਪ੍ਰੋਵਿੰਸ ਹੋ ਸਕਦੀ ਹੈ ਜਿਹੜੀ ਕਿ ਮੂਵ ਹੋਣ ਲਈ ਬੈਟਰ ਹੋ ਸਕਦੀ ਹੈ, ਜਿਹਦੇ ਵਿੱਚ ਓਪਰਚੁਨਿਟੀਜ਼, ਜੌਬ ਓਪਰਚੁਨਿਟੀਜ਼ ਵੀ ਪੂਰੀਆਂ ਹੋਣ? ਤਰਨ, ਹਰ ਪ੍ਰੋਵਿੰਸ ਦੇ ਵਿੱਚ ਇਸ ਟਾਈਮ ਤੇ ਓਪਰਚੁਨਿਟੀਜ਼ ਮੌਜੂਦ ਹੈਗੀ। ਈਵਨ ਸੈਸਕੈਚੁਅਨ ਰੀਸੈਂਟਲੀ ਇਨ ਡਿਮਾਂਡ ਆਕੂਪੇਸ਼ਨ ਦੀ ਲਿਸਟ ਹੈ ਉਹਨਾਂ ਨੇ ਅਪਡੇਟ ਕੀਤੀ ਹੈਗੀ ਹੈ। ਨੋਵਾ ਸਕੋਸ਼ੀਆ ਦੇ ਵਿੱਚ ਵੀ ਸਿਮਿਲਰ ਹੈਗਾ ਜੀ, ਨਿਊ ਬ੍ਰਾਂਸਵਿਕ ਦੇ ਵਿੱਚ ਵੀ, ਮੈਨੀਟੋਬਾ ਦੇ ਵਿੱਚ ਵੀ, ਈਵਨ ਐਲਬਰਟਾ ਆਪਣੇ ਐਪਲੀਕੈਂਟ ਜਿਨ੍ਹਾਂ ਨੇ ਉੱਥੇ ਜੌਬ ਕੀਤੀ ਹੋਈ ਉਹਨਾਂ ਨੂੰ ਪ੍ਰੈਫਰ ਕਰਦਾ ਹੈਗਾ। ਓਨਟਾਰੀਓ ਦੇ ਵਿੱਚ ਵੀ ਸੇਮ ਚੀਜ਼ ਹੈਗੀਆਂ, ਬਟ ਯੈਸ ਅੱਜ ਦੀ ਤਰੀਕ ਦੇ ਵਿੱਚ ਸਟੂਡੈਂਟ ਜੇ ਆਪਣੇ ਆਪ ਨੂੰ ਬਿਲਕੁਲ ਸੇਫ ਕਰਨਾ ਚਾਹੁੰਦੇ ਨੇ ਤੇ ਐਟਲਾਂਟਿਕ ਇਜ਼ ਵਨ ਪ੍ਰੋਵਿੰਸ ਆਈ ਵੁੱਡ ਰਿਕਮੈਂਡ। ਐਟਲਾਂਟਿਕ ਦੇ 4 ਪ੍ਰੋਵਿੰਸਸ ਦੇ ਵਿੱਚ ਕਿਤੇ ਵੀ ਜਾ ਕੇ ਤੁਸੀਂ ਕੰਮ ਕਰ ਲਓ, ਜੌਬ ਓਪਰਚੁਨਿਟੀਜ਼ ਲੈ ਲਓ, ਐਂਡ PR ਵਾਸਤੇ ਤੁਸੀਂ ਕੁਆਲੀਫਾਈ ਹੋ ਸਕਦੇ ਹੋ। ਐਂਡ ਉੱਥੇ ਵੀ ਜਿਹੜੇ PNP ਪ੍ਰੋਗਰਾਮਸ ਹੈਗੇ ਨੇ ਦੁਬਾਰਾ ਰੀਵੈਂਪ ਕੀਤੇ ਜਾ ਰਹੇ ਨੇ, ਐਂਡ ਬੜੇ ਹੀ ਆਸਾਨ ਤਰੀਕੇ ਨਾਲ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਤੁਹਾਨੂੰ ਹੈਲਪ ਚਾਹੀਦੀ ਹੈਗੀ ਹੈ ਜੌਬ ਪਲੇਸਮੈਂਟਸ ਦੇ ਵਿੱਚ, ICC ਦੇ ਕੋਲ ਅੱਜ ਵੀ ਓਪਨਿੰਗਸ ਹੈਗੀਆਂ, ਹਸਪਿਟੈਲਿਟੀ ਸੈਕਟਰ ਦੀਆਂ, ਰੂਮ ਕਲੀਨਰਸ ਦੀਆਂ ਓਪਨਿੰਗਸ ਹੈਗੀਆਂ, ਈਵਨ NOC ਦੀ ਜੌਬ ਦੇ ਉੱਤੇ ਤੁਸੀਂ PR ਕੁਆਲੀਫਾਈ ਹੋ ਸਕਦੇ ਹੋ ਕੁਛ ਅਰਸਾ ਕੰਮ ਕਰਨ ਤੋਂ ਬਾਅਦ। ਸਿਮਿਲਰਲੀ ਫਰੰਟ ਡੈਸਕ ਕਲੀਨਰਸ ਦੀ, ਫਰੰਟ ਡੈਸਕ ਦੀਆਂ ਓਪਨਿੰਗਸ ਹੈਗੀਆਂ, ਇਸੇ ਤਰ੍ਹਾਂ ਕੁਕਸ ਦੀਆਂ, ਸ਼ੈਫਸ ਦੀਆਂ ਓਪਨਿੰਗਸ ਹੈਗੀਆਂ, ਰੈਸਟੋਰੈਂਟ ਸੁਪਰਵਾਈਜ਼ਰਸ ਦੀਆਂ ਓਪਨਿੰਗਸ ਹੈਗੀਆਂ, ਐਂਡ ਓਪਨਿੰਗ C ਵਾਲੀਆਂ ਵੀ ਇਸ ਵਾਸਤੇ ਕੁਆਲੀਫਾਈ ਕਰਾਉਂਦੀਆਂ ਬਿਕੋਜ਼ ਜਿਹੜੇ EMPLOYERS ਹੈਗੇ ਨੇ ਦੇ ਆਰ ਡੈਜ਼ਿਗਨੇਟਿਡ EMPLOYERS, ਉਹ ਕੁਆਲੀਫਾਈਡ ਹੈਗੇ ਨੇ ਐਜ਼ ਪਰ ਦਾ PNP ਰਿਕੁਆਇਰਮੈਂਟਸ, ਉਹ ਸਾਰੀ ਰਿਕੁਆਇਰਮੈਂਟਸ ਮੀਟ ਕਰ ਰਹੇ ਨੇ। ਉੱਥੇ ਕੰਮ ਕਰਨ ਤੋਂ ਬਾਅਦ ਤੁਸੀਂ PR ਵਾਸਤੇ ਅੰਡਰ PNP ਪ੍ਰੋਗਰਾਮ ਕੁਆਲੀਫਾਈ ਕਰ ਸਕਦੇ ਹੋ, ਪ੍ਰੋਵਾਈਡਡ ਗ੍ਰੇਡ 12 ਜ਼ਰੂਰ ਹੋਵੇ, 1 ਸਾਲ ਦਾ ਐਕਸਪੀਰੀਅੰਸ ਹੋਵੇ, ਐਂਡ ਕੁਝ ਇੰਸਟੈਂਸਿਸ ਦੇ ਵਿੱਚ ਤਾਂ ਤੁਸੀਂ 3 ਮਹੀਨਿਆਂ ਬਾਅਦ ਵੀ ਕੁਆਲੀਫਾਈ ਕਰ ਸਕਦੇ ਹੋ। ਆਈਲੈਟ ਦੇ 4 ਬੈਂਡ ਜ਼ਰੂਰ ਚਾਹੀਦੇ ਨੇ ਉਹਦੇ ਵਿੱਚ ਜਾਣ ਵਾਸਤੇ, ਇਹੋ ਜਿਹੇ ਪ੍ਰੋਗਰਾਮਸ ਵਾਸਤੇ। ਸਟੱਡੀ ਵੀਜ਼ਾ ਦੀ ਗੱਲ ਕਰੀਏ, ਇਸ ਵਕਤ ਕਿਹੜੇ ਬੈਚ ਦੀਆਂ ਇਸ ਵਕਤ ਐਡਮਿਸ਼ਨਸ ਹੋ ਰਹੀਆਂ ਨੇ? ਤਰਨ, ਬੈਚਿਸ ਦੀ ਗੱਲ ਕਰੀਏ ਅੱਜ ਦੀ ਤਰੀਕ ਦੇ ਵਿੱਚ ਤਾਂ ਐਡਮਿਸ਼ਨਸ ਵੈਸੇ ਤਾਂ ਮਈ ਵਾਸਤੇ ਹੋ ਰਹੀਆਂ ਹੈਗੀਆਂ ਬਿਕੋਜ਼ ਜਨਵਰੀ ਇਜ਼ ਡਨ, ਐਂਡ ਜਨਵਰੀ ਦੇ ਤੇ ਹੁਣ ਸਟੂਡੈਂਟਸ ਵੀ ਆ ਚੁੱਕੇ ਨੇ ਜਾਂ ਆ ਰਹੇ ਨੇ। ਐਂਡ ਇੱਕ ਹੋਰ ਜਿਹੜੀ ਰਿਸਟ੍ਰਿਕਸ਼ਨ ਲਿੱਤੀ ਗਈ ਸੀ ਕਿ 3 ਹਫ਼ਤਿਆਂ ਤੋਂ ਪਹਿਲਾਂ ਤੁਸੀਂ ਟਰੈਵਲ ਨਾ ਕਰੋ। ਜਦੋਂ ਤੁਹਾਡਾ ਸਟਾਰਟ ਡੇਟ ਹੈਗੀ ਹੈ 3 ਹਫ਼ਤਿਆਂ ਤੋਂ, ਬਿਕੋਜ਼ ਬੱਚੇ ਆ ਕੇ 6-6 ਹਫ਼ਤੇ 8-8 ਹਫ਼ਤੇ ਪਹਿਲੇ ਆ ਕੇ ਬੈਠ ਜਾਂਦੇ ਸੀਗੇ। ਸੋ ਗਵਰਨਮੈਂਟ ਨੇ ਇਸੇ ਵਾਸਤੇ ਰਿਸਟ੍ਰਿਕਸ਼ਨ ਲਿੱਤੀ ਤਾਂ ਕਿ ਸੇਫਟੀ ਰਵੇ, ਐਂਡ ਕਿਸੇ ਨੂੰ ਇੱਕੋਦਮ ਉਸ ਪੋਜੀਸ਼ਨ ਦੇ ਵਿੱਚ ਨਾ ਜਾਣਾ ਪਵੇ। ਕਿ ਸਮਟਾਈਮਸ ਇਦਾਂ ਵੀ ਹੋ ਰਿਹਾ ਕਿ ਸਟੂਡੈਂਟਸ ਜਿਵੇਂ ਇੱਕ ਕੋਰਸ ਲਿਆ ਜਨ ਇਨਟੇਕ ਲਈ ਸੋਚ ਰਹੇ ਨੇ, ਪਰ ਉਹਨਾਂ ਦਾ ਪ੍ਰੋਪਰ ਵੀਜ਼ਾ ਵਗੈਰਾ ਨਹੀਂ ਹੋ ਪਾਉਂਦਾ, ਸੋ ਸੋਚਦੇ ਨੇ ਕਿ ਨੈਕਸਟ ਡੈਫਰ ਕਰ ਦਿੱਤਾ ਜਾਵੇ, ਬਟ ਅਗਲੇ ਇਨਟੇਕ ਦੇ ਵਿੱਚ ਕਈ ਵਾਰੀ ਹੁੰਦਾ ਕਿ ਉਹ ਕੋਰਸ ਤੁਹਾਨੂੰ ਅਵੇਲੇਬਲ ਨਹੀਂ ਹੁੰਦਾ ਹੈਗਾ। ਇਹਦੇ ਵਿੱਚ ਫਿਰ ਕੀ ਕੀਤਾ ਜਾਵੇ? ਤਰਨ, ਈਵਨ ਜੇ ਇਹੋ ਜਿਹੇ ਬੱਚੇ ਲੈਂਡ ਵੀ ਕਰ ਜਾਂਦੇ ਨੇ ਐਂਡ ਇੱਕ ਪ੍ਰੋਗਰਾਮ ਡੈਫਰ ਹੋ ਚੁੱਕਾ ਹੈ ਤੇ ਉਹ ਦੇ ਹੈਵ ਟੂ ਗੋ ਬੈਕ, ਜਾਂ ਉਹਨਾਂ ਨੂੰ ਆਪਣਾ ਸਟੱਡੀ ਪਰਮਿਟ ਕੈਂਸਲ ਕਰਕੇ ਦੇ ਹੈਵ ਟੂ ਗੋ ਬੈਕ ਔਨ ਅ ਵਿਜ਼ਿਟ ਵੀਜ਼ਾ। ਐਂਡ ਜਦੋਂ ਉਹਨਾਂ ਦਾ ਕੋਰਸ ਸ਼ੁਰੂ ਹੋਏਗਾ, ਟੈਕਨੀਕਲੀ ਦਿਸ ਇਜ਼ ਦਾ ਪ੍ਰੋਸੈਸ ਦੈਟ ਇਜ਼ ਰਿਕੁਆਇਰਡ, ਬਟ ਕੌਣ ਫੋਲੋ ਕਰਦਾ ਕੌਣ ਨਹੀਂ ਕਰਦਾ ਇਟ ਆਲ ਡਿਪੈਂਡਸ, ਰਾਈਟ। ਬਟ ਟੈਕਨੀਕਲੀ ਦਿਸ ਇਜ਼ ਦਾ ਪ੍ਰੋਸੈਸ ਕਿ ਤੁਹਾਨੂੰ ਜੇ ਤੁਸੀਂ ਆ ਗਏ ਹੋ ਤੇ ਤੁਹਾਨੂੰ ਵਾਪਸ ਜਾਣਾ ਚਾਹੀਦਾ ਹੈ। ਜੀ, ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਮੈਂ ਜੀ ਕੈਲਗਰੀ ਤੋਂ ਬੋਲ ਰਿਹਾ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੁਹਾਨੂੰ ਸਟਾਫ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰੇ 2 ਕੁਐਸਚਨ ਹੈ ਜੀ। ਹਾਂਜੀ। ਜਿਵੇਂ 2 ਸਾਲ ਦੀ ਸਟੱਡੀ ਦੇ ਲੜਕਾ ਜਾਂ ਲੜਕੀ ਇੱਥੇ ਆਉਂਦੀ ਹੈ, ਪੜ੍ਹਾਈ ਦੇ ਵਿੱਚੋਂ ਉਹਦੇ ਕੋਈ ਆਪਣੇ 100 ਚੋਂ 15-20 ਨੰਬਰ ਹੀ ਲੈ ਰਹੀ ਆ। ਇੱਕ ਤਾਂ ਉਹਦੇ ਵੀਜ਼ੇ ਤੇ ਕੋਈ ਫਰਕ ਪਊਗਾ, ਇੱਕ ਆਪਣੇ ਰਿਸਪੌਂਸ ਨੂੰ ਬੁਲਾ ਸਕਦੀ ਗਾਂ ਵੀਜ਼ੇ ਤੇ ਕੋਈ ਉਹਦਾ ਕਾਲਜ ਤੋਂ ਕੋਈ ਆਪਣੇ ਟੈਨ ਲੈਣਾ ਪੈਂਦਾ, ਜਿਵੇਂ ਮਤਲਬ ਉਹਦਾ ਵੀਜ਼ਾ 6 ਮੰਥ ਦਾ ਹੀ ਸੀਗਾ, 3 ਮੰਥ ਹੋ ਗਏ, 3 ਮੰਥ ਹੀ ਰਹਿੰਦੇ ਨੇ। ਇਹਦਾ ਮੈਂ ਟੈਲੀਵਿਜ਼ਨ ਤੇ ਸੁਣ ਲੈਣਾ ਸੀ। ਬਹੁਤ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਪੁੱਛਣਾ ਤਾਂ ਨਹੀਂ ਤੁਸੀਂ? ਨਹੀਂ, ਮੈਨੂੰ ਕੁਐਸਚਨ ਨਹੀਂ ਸਮਝ ਆਇਆ। ਇੱਕ ਮਿੰਟ ਤੁਸੀਂ ਹੋਲਡ ਕਰਿਓ ਜੀ। ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਲੜਕੀ ਇੱਥੇ 2 ਸਾਲ ਦੇ ਸਟੱਡੀ ਵੀਜ਼ਾ ਤੇ ਆਈ ਸੀ
ਤੇ ਜਿਹੜਾ ਉਹ ਕੋਰਸ ਕਰ ਰਿਹਾ ਉਹਦੇ ਵਿੱਚ ਪ੍ਰੋਪਰ ਉਹਨਾਂ ਦੇ ਗ੍ਰੇਡ ਨਹੀਂ ਆ ਪਾ ਰਹੇ ਹੈਗੇ ਤੇ ਇਹਦੇ ਨਾਲ ਉਹ ਕੱਲ ਨੂੰ ਆਪਣੇ ਸਪਾਊਸ ਨੂੰ ਬੁਲਾਉਂਦੀ ਹੈ, ਕੋਈ ਕਾਲਜ ਬਣਿਓ ਲੈਟਰ ਵਗੈਰਾ ਨਾਲ ਕੋਈ ਪ੍ਰੋਬਲਮ ਆ ਸਕਦੀ ਹੈ। ਇਹੀ ਹੈ ਜੀ ਤੁਹਾਡਾ ਸਵਾਲ? ਜੀ ਇਹੀ ਆ, ਮਤਲਬ ਉਹਦੇ ਨੰਬਰ ਘੱਟ ਆ ਰਹੇ ਨੇ ਕਿਉਂਕਿ ਉਹਦੇ ਜਿਹੜੇ ਘਰਾਂ ਦੇ ਨਕਸ਼ੇ ਨੁਕਸ਼ੇ ਬਣਾਉਂਦੇ ਆ, ਕੋਈ ਇਹਦੇ ਬੇਇੱਜ਼ਤੀ ਆਈ ਆ। 6 ਮੰਥ ਦਾ ਉਹਦਾ ਲੱਗਿਆ ਸੀ ਵੀਜ਼ਾ ਤਾਂ ਹੁਣ ਅਪਲਾਈ ਕੀਤਾ ਹੈ ਦੁਬਾਰੇ 3 ਮੰਥ ਨੂੰ ਹੋ ਗਏ ਮੇਰੇ ਖਿਆਲ ਇਹਨੂੰ 3 ਮੰਥ ਐਂਡ ਹਾਫ ਹੋ ਗਈ ਜੀ। ਠੀਕ ਹੈ ਜੀ, ਤੁਸੀਂ ਆਹੀ ਮੇਰਾ ਕੁਐਸਚਨ ਆ, ਇੱਕ ਮੈਂ ਟੀਵੀ ਤੇ ਸੁਣ ਲੈਣਾ ਜੀ, ਟੀਵੀ ਤੇ ਆਨਸਰ ਸੁਣ ਲਿਓ ਜੀ। ਥੈਂਕ ਯੂ ਸੋ ਮਚ ਕਾਲ ਕਰਨ ਲਈ ਜੀ ਸਰ। ਤਰਨ, ਜਦੋਂ ਵੀ ਤੁਸੀਂ ਪੋਸਟ ਗ੍ਰੈਡ ਵਰਕ ਪਰਮਿਟ ਅਪਲਾਈ ਕਰਨਾ ਹੁੰਦਾ ਸਟੂਡੈਂਟ ਨੇ ਪੜ੍ਹਾਈ ਕੰਪਲੀਟ ਕਰਨ ਤੋਂ ਬਾਅਦ, ਤੇ ਉਹਨਾਂ ਨੂੰ ਇੱਕ ਸਰਟਨ GPA ਮੀਟ ਕਰਨੀ ਪੈਂਦੀ ਹੈ। ਜੇ GPA ਮੀਟ ਕਰ ਰਹੇ ਨੇ ਤਾਂ ਹੀ ਉਹ ਪੋਸਟ ਗ੍ਰੈਡ ਵਰਕ ਪਰਮਿਟ ਵਾਸਤੇ ਐਲੀਜੀਬਲ ਹੁੰਦੇ ਨੇ। ਜੇ ਉਹ GPA ਨਹੀਂ ਮੀਟ ਕਰਦੇ ਜਾਂ ਉਹਨਾਂ ਦੇ ਕੋਰਸਿਸ ਵਿੱਚ ਰਹੀ ਜਾਂਦੇ ਨੇ ਐਂਡ ਉਹ ਡ੍ਰੌਪ ਪੈ ਗਿਆ, 1 ਡ੍ਰੌਪ ਪੈ ਗਿਆ, 2 ਡ੍ਰੌਪ ਪੈ ਗਏ, ਤੇ ਉਹਨਾਂ ਨੂੰ ਪੋਸਟ ਗ੍ਰੈਡ ਵਰਕ ਪਰਮਿਟ ਇਸ਼ੂ ਨਹੀਂ ਹੋ ਰਹੇ। ਸੋ ਇਹ ਕਾਫੀ ਸਾਰਾ ਚੈਲੰਜ ਆ ਰਿਹਾ ਹੈਗਾ ਸਟੂਡੈਂਟਸ ਦੇ ਨਾਲ ਜੀ। ਸੋ ਸਟੂਡੈਂਟਸ ਦੇ ਹੈਵ ਟੂ ਬੀ ਪਾਰਟਿਕੂਲਰ, ਆਪਣਾ GPA ਮੇਨਟੇਨ ਕਰਕੇ ਚੱਲਣਾ ਹੈਗਾ ਐਂਡ ਕੋਰਸਿਸ ਮੇਕ ਸ਼ੋਰ ਕਿ ਕੋਈ ਤੁਹਾਡਾ ਕੋਰਸ ਰਹਿ ਨਾ ਜਾਵੇ। ਐਂਡ ਜੇ ਇੱਕ ਵਾਰੀ ਕਈ ਵਾਰੀ ਹੁੰਦਾ ਕੀ ਹੈ ਕਿ ਉਹ ਕੋਰਸ ਰਹਿ ਗਿਆ, ਅਗਲੇ ਸਮੈਸਟਰ ਦੇ ਵਿੱਚ ਉਹ ਕੋਰਸ ਹੀ ਨਹੀਂ ਮਿਲਦਾ, ਉਸ ਤੋਂ ਬਾਅਦ ਤੀਜੇ ਸਮੈਸਟਰ ਤੇ ਮਿਲਦਾ ਹੈਗਾ, ਤਾਂ ਤੱਕ ਬਾਕੀ ਕੋਰਸ ਰਹਿ ਜਾਂਦੇ ਨੇ। ਸੋ ਵਿੱਚ ਡ੍ਰੌਪ ਲੈਣਾ ਪੈ ਜਾਂਦਾ ਹੈਗਾ। ਸੋ ਜਦੋਂ ਇਹੋ ਜਿਹੀ ਸਰਕਮਸਟੈਂਸਿਸ, ਇਹੋ ਜਿਹੀ ਸਿਚੁਏਸ਼ਨਸ ਆਉਣਗੀਆਂ, ਉਹ ਤੁਹਾਡੇ ਪੋਸਟ ਗ੍ਰੈਡ ਵਰਕ ਪਰਮਿਟ ਨੂੰ ਇੰਪੈਕਟ ਕਰੇਗਾ। ਐਂਡ ਬਹੁਤ ਸਾਰੇ ਪੋਸਟ ਗ੍ਰੈਡ ਵਰਕ ਪਰਮਿਟ ਇਸ ਵਾਸਤੇ ਇਸ਼ੂ ਨਹੀਂ ਕੀਤੇ ਜਾ ਰਹੇ। ਸੋ ਪਲੀਜ਼ ਮੇਕ ਸ਼ੋਰ, ਤੁਹਾਡੇ ਮਾਪਿਓ ਨੇ ਬੜੇ ਔਖੇ ਹੋ ਕੇ ਤੁਹਾਨੂੰ ਇੱਥੇ ਭੇਜਿਆ ਹੈਗਾ ਪੜ੍ਹਾਈਆਂ ਕਰਨ ਵਾਸਤੇ, ਤੁਸੀਂ ਵੀ ਮਿਹਨਤਾਂ ਕਰ ਰਹੇ ਹੋ, ਪੜ੍ਹਾਈਆਂ ਵੀ ਕਰ ਰਹੇ ਹੋ, ਬਟ ਮੇਕ ਸ਼ੋਰ ਕਿ ਜੌਬ ਦੇ ਚੱਕਰ ਦੇ ਵਿੱਚ ਕਿਤੇ ਪੜ੍ਹਾਈ ਨੂੰ ਸਫਰ ਨਾ ਹੋ ਜਾਵੇ। ਤੁਹਾਡੀ ਇਸ ਪੜ੍ਹਾਈ ਦੇ ਉੱਤੇ ਕੰਸੈਂਟਰੇਸ਼ਨ ਤੁਹਾਡੀ ਜ਼ਰੂਰ ਰਹਿਣੀ ਚਾਹੀਦੀ ਹੈ। ਬਿਲਕੁਲ ਸਰ। ਤੇ ਇਹਨਾਂ ਨੇ ਸੈਕਿੰਡ ਪੁੱਛਿਆ ਸੀ ਕਿ ਜੇਕਰ ਆਪਣੇ ਸਪਾਊਸ ਨੂੰ ਬੁਲਾਉਣਾ ਚਾਹੁੰਦੀ ਹੈ ਤਾਂ ਪ੍ਰੋਬਲਮ ਤਾਂ ਨਹੀਂ ਆਏਗੀ? ਬਿਲਕੁਲ, ਜੇ ਉਹਨਾਂ ਦੀ ਪੜ੍ਹਾਈ ਐਕਸਟੈਂਡ ਹੋ ਰਹੀ ਹੈਗੀ ਤੇ ਐਜ਼ ਅ ਸਟੂਡੈਂਟ ਹੀ ਬੁਲਾ ਰਹੇ ਨੇ ਇਸ ਟਾਈਮ ਤੇ ਉਹ ਬੁਲਾ ਸਕਦੇ ਨੇ ਜੀ, ਕਿਉਂਕਿ ਜੇ ਪੋਸਟ ਗ੍ਰੈਡ ਵਰਕ ਪਰਮਿਟ ਹੀ ਕੱਲ ਨੂੰ ਨਹੀਂ ਲੱਗਾ ਤੇ ਉਹ ਆਪਣੇ ਸਪਾਊਸ ਨੂੰ ਕਿਸ ਤਰ੍ਹਾਂ ਬੁਲਾਏਗੀ। ਸੋ ਦੈਟ ਵਿਲ ਬੀ ਅ ਚੈਲੰਜ ਫॉर them। ਐਪਲੀਕੇਸ਼ਨਸ ਦੀ ਆਪਾਂ ਗੱਲ ਕਰ ਸੀ, ਸਟੂਡੈਂਟਸ ਟੀਮ ਦੀ ਆਪਾਂ ਗੱਲ ਕਰਦੇ ਪਏ ਸੀ। ਇਸ ਵਕਤ ਤੁਸੀਂ ਦੱਸਿਆ ਹੈ ਕਿ ਕਿਹੜੇ ਇਨਟੇਕ ਲਈ ਹੋ ਰਹੀ ਹੈ। ਆਪਾਂ ਗੱਲ ਕਰ ਰਹੇ ਸੀਗੇ ਕਿ ਜਿਨ੍ਹਾਂ ਦੀ ਇਸ ਵਕਤ ਕੋਰਸ ਰੈਫਰ ਹੋ ਰਹੇ ਨੇ, ਤੁਸੀਂ ਕਿਹਾ ਕਿ ਉਹਨਾਂ ਨੂੰ ਵਾਪਸ ਜਾਣਾ ਪੈਣਾ ਹੈ ਤੇ ਵਾਪਸ ਉਹ ਆ ਕੇ ਦੁਬਾਰਾ ਇੱਥੇ 3 ਹਫ਼ਤੇ ਦਾ ਟਾਈਮ ਪੀਰੀਅਡ ਸਿਰਫ ਹੈਗਾ ਆ ਕਿ ਤੁਸੀਂ ਆ ਸਕਦੇ ਹੋ। ਇੱਕ ਹੋਰ ਚੀਜ਼ ਦੱਸੀ ਗਈ ਹੈ ਕਿ ਸੁਣਨ ਦੇ ਵਿੱਚ ਆਇਆ ਕਿ ਜਿਨ੍ਹਾਂ ਦੇ ਮੈਡੀਕਲ ਆਲਮੋਸਟ 1 ਸਾਲ ਦਾ ਪੂਰਾ ਹੋ ਚੁੱਕਿਆ, ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਕਰਵਾਉਣਾ ਪੈਣਾ। ਜੇਕਰ ਤੁਹਾਡਾ ਐਕਸਪਾਇਰ ਹੋ ਗਿਆ ਤਾਂ ਤੁਸੀਂ ਵਾਪਸ ਨਹੀਂ ਆ ਸਕਦੇ। ਇਸ ਟਾਈਮ ਇਹ ਨਿਊਜ਼ ਕਿੰਨੀ ਖਲਬਲੀ ਮਚਾ ਰਹੀ ਹੈ ਜਾਂ ਪਹਿਲਾਂ ਵੀ ਇਹ ਸੀ? ਇਹ ਰੂਲ ਪਹਿਲੇ ਵੀ ਐਗਜ਼ਿਸਟ ਕਰਦਾ ਸੀਗਾ ਤਰਨ ਜੀ, ਕਿ ਤੁਹਾਡਾ ਮੈਡੀਕਲ ਦੀ ਵੈਲਿਡਿਟੀ ਨਾਰਮਲੀ 1 ਸਾਲ ਦੀ ਹੁੰਦੀ ਹੈ। ਜਦੋਂ ਤੁਸੀਂ ਬਿਯੋਂਡ ਵੈਲਿਡਿਟੀ ਚਲੇ ਜਾਂਦੇ ਹੋ ਤਾਂ ਤੁਹਾਨੂੰ ਮੈਡੀਕਲ ਦੁਬਾਰਾ ਕਰਾਉਣਾ ਪੈਂਦਾ ਹੈਗਾ। ਬਟ ਇਹ ਨਿਊਜ਼ ਐਟ ਅ ਰੋਂਗ ਟਾਈਮ ਆਈ ਹੈਗੀ ਹੈ, ਹਾਈਲਾਈਟ ਰੋਂਗ ਟਾਈਮ ਤੇ ਹੋਈ ਹੈ। ਸੋ ਬੇਸਿਕਲੀ ਤਾਂ ਇਹ ਖਲਬਲੀ ਜ਼ਿਆਦਾ ਮਚਾ ਰਹੀ ਹੈ ਜੀ। ਅਦਰਵਾਈਜ਼ ਇਟ ਇਜ਼ ਅ ਫੈਕਟ ਕਿ ਜਦੋਂ 1 ਸਾਲ ਹੋ ਗਿਆ ਤੁਹਾਡੇ ਮੈਡੀਕਲ ਹੋਏ, ਉਸ ਤੋਂ ਬਾਅਦ ਤੁਹਾਨੂੰ ਮੈਡੀਕਲ ਦੁਬਾਰਾ ਕਰਾ ਕੇ ਸਬਮਿਟ ਕਰਨਾ ਪੈਂਦਾ, ਤਾਂ ਤੁਹਾਨੂੰ ਆਫਿਸਰ ਇੰਟੀਮੇਸ਼ਨ ਆਉਂਦੀ ਹੈ VFS ਤੋਂ ਜਾਂ ਤਾਂ ਵੀਜ਼ਾ ਕਾਉਂਸਲਰਸ ਤੋਂ ਕਿ ਤੁਸੀਂ ਟਰੈਵਲ ਕਰ ਸਕਦੇ ਹੋ। ਬਟ ਦਿਸ ਇਜ਼ ਅਗੇਨ ਅ ਰੋਂਗ ਟਾਈਮਿੰਗ ਤੇ ਉਹਦੇ ਕਰਕੇ ਨਿਊਜ਼ ਖਲਬਲੀ ਜ਼ਿਆਦਾ ਹੈਗੀ ਹੈ। ਬਿਲਕੁਲ ਸਰ। ਤੇ ਹੁਣ ਜਿਹੜੀਆਂ ਐਪਲੀਕੇਸ਼ਨਸ ਪੇਰੈਂਟਸ ਦੀਆਂ ਐਪਲੀਕੇਸ਼ਨ ਸੀਗੀਆਂ, ਉਹਨਾਂ ਦਾ ਵੀ ਜਿਹੜੀ ਲਾਸਟ ਡੇਟ 6 ਦਸੰਬਰ ਖਤਮ ਹੋ ਚੁੱਕੀ ਹੈ। ਸੋ ਹੁਣ ਅਗਲਾ ਪ੍ਰੋਸੈਸ ਕੀ ਹੋਏਗਾ, ਕੀ ਇਮੀਗ੍ਰੇਸ਼ਨ ਦੇ ਨੈਕਸਟ ਸਟੈਪ ਹੋਣਗੇ, ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਤੇਜਵੀਰ ਸਿੰਘ ਬੋਲ ਰਿਹਾ ਜੀ, ਇੱਥੋਂ ਕੈਨੇਡਾ ਟੋਰਾਂਟੋ ਤੋਂ। ਹਾਂਜੀ ਦੱਸੋ ਜੀ। ਮੈਂ ਹਾਂਜੀ ਇੱਕ ਕੁਐਸਚਨ ਪੁੱਛਣਾ ਸੀ ਤੁਹਾਨੂੰ ਕਿ ਜਦੋਂ ਅਗਰ ਮੇਰੇ ਬ੍ਰਦਰ ਨੇ ਉਹਨਾਂ ਨੇ ਆਉਣਾ ਤੇ ਉਹਨਾਂ ਨੇ ਅਪਲਾਈ ਕਰਨਾ ਆਪਣਾ ਐਜ਼ ਅ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਉਹਦੇ ਕਰ ਰਹੇ ਆ, ਤੇ ਇਨ ਕੇਸ ਅਗਰ ਉਹ ਆ ਜਾਂਦੇ ਆ, ਠੀਕ ਹੈ, ਤਾਂ ਉਹਨਾਂ ਦੀ ਵਾਈਫ ਤੇ ਤਾਂ ਉਹ ਐਜ਼ ਅ ਸਟੂਡੈਂਟ ਵੀਜ਼ਾ ਕਰ ਐਂਡ later on ਜਦੋਂ ਉਹਨਾਂ ਦਾ ਅਗਰ ਉਹਨਾਂ ਦਾ ਸਟੂਡੈਂਟ ਦਾ ਵੀ ਹੋ ਜਾਂਦਾ ਸਪਾਊਸਲ ਦਾ, ਐਂਡ ਦੈਨ ਆਫਟਰਵਰਡਸ ਉਹ they can also apply for like ਮੇਰੇ ਬ੍ਰਦਰ ਨੂੰ ਉਹਨਾਂ ਨੂੰ ਅਪਲਾਈ ਕਰਨਾ ਚਾਹੁੰਦੇ ਕਿ ਉਸ ਤੋਂ ਬਾਅਦ ਕਿ ਆਪਣਾ ਐਜ਼ ਅ ਵਰਕ ਪਰਮਿਟ ਤੇ ਅਗਰ ਉਹਨਾਂ ਨੂੰ ਮਿਲ ਜਾਂਦੀ ਹੈ ਉਹਦੇ। ਤੁਹਾਨੂੰ ਸਵਾਲ ਸਮਝ ਆ ਗਿਆ ਸਰ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤਾ। ਥੈਂਕ ਯੂ ਜੀ। ਜੀ ਸਰ। ਤਰਨ, ਇਹਨਾਂ ਦਾ ਸਵਾਲ ਸੀਗਾ ਕਿ ਬ੍ਰਦਰ ਵਿਜ਼ਿਟ ਵੀਜ਼ਾ ਤੇ ਆਉਣਾ ਚਾਹੁੰਦਾ ਤੇ ਉਹਨਾਂ ਦੀ ਵਾਈਫ ਸਟੱਡੀ ਪਰਮਿਟ ਐਪਲੀਕੇਸ਼ਨ ਪੁੱਟ ਅਪ ਕਰਨਾ ਚਾਹੁੰਦੇ ਨੇ, ਤੇ ਜੇ ਬਿਲਕੁਲ ਜੀ ਜੇ ਸਟੱਡੀ ਪਰਮਿਟ ਐਪਲੀਕੇਸ਼ਨ ਪੁੱਟ ਅਪ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਵੀਜ਼ਾ ਲੱਗ ਜਾਂਦਾ ਸਟੱਡੀ ਪਰਮਿਟ ਤੇ ਐਜ਼ ਅ ਸਪਾਊਸ ਤੁਹਾਡੇ ਬ੍ਰਦਰ ਨੂੰ ਹੀ ਵੁੱਡ ਬੀ ਐਲੀਜੀਬਲ ਫॉर ਡਿਪੈਂਡੈਂਟ ਓਪਨ ਵਰਕ ਪਰਮਿਟ। ਸੋ ਤੁਹਾਡੇ ਬ੍ਰਦਰ ਉਹ ਅਪਲਾਈ ਕਰ ਸਕਦੇ ਨੇ ਵਿਦ ਇਨ ਕੈਨੇਡਾ ਵੀ ਐਪਲੀਕੇਸ਼ਨ ਪੁੱਟ ਅਪ ਹੋ ਸਕਦੀ ਹੈ। ਈਵਨ ਜੇ ਉਹ ਵਿਜ਼ਿਟ ਵੀਜ਼ਾ ਤੇ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਤਾਂ ਵੀ, ਤੇ ਦੇयर ਸ਼ੁੱਡ ਨਾਟ ਬੀ ਅ ਇਸ਼ੂ ਔਨ ਦੈਟ। ਬਿਲਕੁਲ ਸਰ। ਆਪਾਂ ਪੇਰੈਂਟਸ ਐਪਲੀਕੇਸ਼ਨ ਦੀ ਗੱਲ ਕਰ ਸੀ, 6 ਸਤੰਬਰ ਡੈਡਲਾਈਨ ਖਤਮ ਹੋ ਚੁੱਕੀ ਹੈ। ਨੈਕਸਟ ਕੀ ਹੋਣਾ ਸਟੈਪ ਹੋਏਗਾ? ਤਰਨ, ਸਾਰੀਆਂ ਐਪਲੀਕੇਸ਼ਨਸ ਚਲੀਆਂ ਗਈਆਂ, ਸਬਮਿਟ ਹੋ ਗਈਆਂ। ਜਿਹੜੇ ਵੀ ਦੋਸਤਾਂ ਨੇ ਲੋਟਰੀ ਦੇ ਵਿੱਚ ਆਪਣੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਦੀ ਨਿਕਲਿਆ ਸੀਗਾ, ਦੇ ਆਰ ਦ ਲੱਕੀ ਵਨਸ। ਹੁਣ ਵੇਟ ਕਰੋ ਜੀ ਐਂਡ ਹੋਪਫੁਲੀ 6 ਸਤੰਬਰ ਤੱਕ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਆ ਜਾਏਗੀ। 6 ਸਤੰਬਰ ਤੱਕ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਆ ਜਾਏਗੀ। 6 ਸਤੰਬਰ ਤੱਕ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਆ ਜਾਏਗੀ। 6 ਸਤੰਬਰ ਤੱਕ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਆ ਜਾਏਗੀ। 6 ਸਤੰਬਰ ਤੱਕ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਆ ਜਾਏਗੀ। 6 ਸਤੰਬਰ ਤੱਕ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਆ ਜਾਏਗੀ। 6 ਸਤੰਬਰ ਤੱਕ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਆ ਜਾਏਗੀ। 6 ਸਤੰਬਰ ਤੱਕ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਆ ਜਾਏਗੀ। 6 ਸਤੰਬਰ ਤੱਕ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਆ ਜਾਏਗੀ। 6 ਸਤੰਬਰ ਤੱਕ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਆ ਜਾਏਗੀ। 6 ਸਤੰਬਰ ਤੱਕ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਆ ਜਾਏਗੀ। 6 ਸਤੰਬਰ ਤੱਕ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਆ ਜਾਏਗੀ। 6 ਸਤੰਬਰ ਤੱਕ ਤੁਹਾਡੀ ਐਪ
ਪ੍ਰੋਸੈਸਿੰਗ ਟਾਈਮ ਤਾਂ 1.5 ਸਾਲ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ ਬਟ ਕਹਿਣਾ ਪੈ ਰਿਹਾ ਕਿ 1.5 ਤੋਂ 2 ਸਾਲ ਦਾ ਪ੍ਰੋਸੈਸਿੰਗ ਟਾਈਮ ਇਸ ਟਾਈਮ ਤੇ ਚੱਲ ਰਿਹਾ ਐਪਲੀਕੇਸ਼ਨਸ ਤੇ ਇਸ ਟਾਈਮ ਤੋਂ ਬਾਅਦ ਇਸ ਸਿਚੁਏਸ਼ਨ ਤੋਂ ਬਾਅਦ ਬਟ ਲੈਟਸ ਸੀ ਕਿ ਹਾਊ ਥਿੰਗਸ ਵਰਕ ਆਊਟ ਐਂਡ ਹੋਪਫੁਲੀ ਜਲਦੀ ਵੀ ਹੋ ਸਕਦਾ ਬਿਕੋਜ਼ ਹਲੇ ਪੈਂਡੈਮਿਕ ਦਾ ਟੋਟਲ ਅਨਸਰਟਨਟੀ ਬਣਾਈ ਹੋਈ ਹੈ ਇਮੀਗ੍ਰੇਸ਼ਨ ਵਾਸਤੇ ਸੋ ਇਸੇ ਵਾਸਤੇ ਇੰਨਾ ਬੈਕਲੌਗ ਹੈਗਾ 1.8 ਮਿਲੀਅਨ ਐਂਡ ਜਿਹੜਾ 1.8 ਮਿਲੀਅਨ ਦੀ ਅਸੀਂ ਇੰਨੇ ਨਿਊਜ਼ ਕਰ ਦਿੱਤੀ ਹੈ ਇਹ ਅਕਤੂਬਰ ਦਾ ਬੈਕਲੌਗ ਹੈ ਹੁਣ ਦਸੰਬਰ ਦੇ ਐਂਡ ਤੱਕ ਇਹ ਬੈਕਲੌਗ ਹੋਰ 2.2 ਤੱਕ ਚਲਾ ਜਾਣਾ ਹੈ ਤਰਨ ਤੇ this will again this is a big setback because uncertainty is too much and omicron ਜੇ ਇਹਦੇ ਕਰਕੇ restrictions ਲੱਗ ਜਾਂਦੀਆਂ we will certainly feel ਕਿ the more pinch on this ਬਿਲਕੁਲ ਗੱਲ ਕਰਾਂਗੇ ਦਰਸ਼ਕ ਜੁੜ ਗਏ ਨੇ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਅਸੀਂ ਇੱਥੋਂ ਬ੍ਰਿੰਪਟਨ ਤੋਂ ਬੋਲਦੇ ਹਾਂ ਜੀ ਹਾਂਜੀ ਅਸੀਂ ਤਾਂ ਆਪਣੇ ਰਿਸ਼ਤੇਦਾਰ ਹੀ ਆ ਜੇ ਆਪਾਂ ਉੱਥੋਂ ਪਰਮਾਨੈਂਟ ਬਿਜ਼ਨਸ ਦੇ ਵਿੱਚ ਆਉਣਾ ਹੋਵੇ ਤਾਂ ਕਿਵੇਂ ਆਵਾਂਗੇ ਪਰਮਾਨੈਂਟ ਬਿਜ਼ਨਸ ਦੇ ਵਿੱਚ ਠੀਕ ਹੈ ਜੀ ਤੁਸੀਂ ਯਾਰ ਹੋ ਕੇ ਇੱਕ ਬੇਟਾ ਤੇ ਮੰਮੀ ਡੈਡੀ ਬਿਜ਼ਨਸ ਦੇ ਵਿੱਚ ਬਿਜ਼ਨਸ ਦੇ ਵਿੱਚ ਠੀਕ ਹੈ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਥੈਂਕ ਯੂ ਕਾਲ ਕਰਨ ਲਈ ਜੀ ਸਰ ਬਿਜ਼ਨਸ ਦੇ ਵਿੱਚ ਬਿਜ਼ਨਸ ਦੇ ਵਿੱਚ 3-4 ਪ੍ਰੋਗਰਾਮ ਐਗਜ਼ਿਸਟ ਕਰਦੇ ਨੇ ਜੀ ਸਭ ਤੋਂ ਪਹਿਲਾਂ ਤਾਂ PNP ਪ੍ਰੋਗਰਾਮ ਐਗਜ਼ਿਸਟ ਕਰਦਾ ਹੈਗਾ ਓਨਟਾਰੀਓ ਦਾ BC ਦਾ ਹਰ ਪ੍ਰੋਵਿੰਸ ਦਾ ਆਪਣਾ ਆਪਣਾ ਪ੍ਰੋਗਰਾਮ ਉਲੀਕਿਆ ਹੋਇਆ ਬਿਜ਼ਨਸ ਦਾ PNP ਐਂਟਰਪ੍ਰੀਨਿਓਰ ਪ੍ਰੋਗਰਾਮ ਦੈਟ ਇਜ਼ ਵਨ ਕੈਟੇਗਰੀ ਦੂਸਰਾ ਹੈਗਾ ਜੀ ਓਨਰ ਆਪਰੇਟਰ ਤੀਸਰਾ ਕੈਟੇਗਰੀ ਹੈਗੀ ਇੰਟਰਾ ਕੰਪਨੀ ਟ੍ਰਾਂਸਫਰੀ ਆ ਤਿੰਨੇ ਪ੍ਰੋਗਰਾਮ ਦੇ ਵਿੱਚ ਪਹਿਲੇ ਐਪਲੀਕੈਂਟ ਨੂੰ LMIA ਲੈਣਾ ਪੈਂਦਾ ਆ ਐਂਡ ICT ਤੋਂ ਬਿਨਾ ICT ਤੋਂ ਛੱਡ ਕੇ ਬਾਕੀ ਦੋਨਾਂ ਕੈਟੇਗਰੀਜ਼ ਦੇ ਵਿੱਚ ਪਹਿਲੇ LMIA ਲੈਣਾ ਪੈਂਦਾ ਹੈ ਉਸ ਤੋਂ ਬਾਅਦ ਤੁਸੀਂ ਵਰਕ ਪਰਮਿਟ ਵਾਸਤੇ ਆਉਂਦੇ ਹੋ ਐਂਡ ਉਸ ਤੋਂ ਬਾਅਦ ਬਿਜ਼ਨਸ ਐਸਟੈਬਲਿਸ਼ ਕਰਨ ਤੋਂ ਬਾਅਦ PR ਵਾਸਤੇ ਕੁਆਲੀਫਾਈ ਕਰ ਸਕਦੇ ਹੋ ਓਨਟਾਰੀਓ ਦਾ ਜਿਹੜਾ PNP ਪ੍ਰੋਗਰਾਮ ਹੈਗਾ ਉਹ ਪੁਆਇੰਟ ਸਿਸਟਮ ਬੇਸਡ ਪ੍ਰੋਗਰਾਮ ਹੈਗਾ ਉਹਦੇ ਵਿੱਚ ਤੁਹਾਡੇ ਪੂਲ ਦੇ ਵਿੱਚ ਐਪਲੀਕੇਸ਼ਨ ਜਾਂਦੀਆਂ ਰਹਿੰਦੀਆਂ ਹੈਗੀਆਂ ਰਾਦਰ ਹਰ ਪ੍ਰੋਵਿੰਸ ਦਾ ਸਿਮਿਲਰ ਪ੍ਰੋਗਰਾਮ ਹੈਗਾ ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਕੈਟੇਗਰੀ ਦੇ ਆਪਣੇ ਪੁਆਇੰਟ ਸਿਸਟਮ ਦੇ ਹਿਸਾਬ ਨਾਲ ਪੁਆਇੰਟਸ ਦਿੱਤੇ ਜਾਂਦੇ ਨੇ ਜਿਹੜੇ ਟੌਪ ਦੀਆਂ ਐਪਲੀਕੇਸ਼ਨਸ ਹੋ ਜਾਂਦੀਆਂ ਉਹਨਾਂ ਨੂੰ ਪਿਕ ਕਰ ਲਿੱਤਾ ਜਾਂਦਾ ਜੀ ਜਿਹੜਾ ਸਟ੍ਰੇਟ PR ਆਉਣ ਦਾ ਪ੍ਰੋਗਰਾਮ ਉਹ ਸਿਰਫ ਇੱਕ ਪ੍ਰੋਗਰਾਮ ਹੈਗਾ ਇਸ ਟਾਈਮ ਤੇ ਜਿਹਨੂੰ ਸਟਾਰਟਅਪ ਵੀਜ਼ਾ ਅਸੀਂ ਕਹਿੰਦੇ ਹੈਗੇ ਸਟਾਰਟਅਪ ਵੀਜ਼ਾ ਇਜ਼ ਦਾ ਓਨਲੀ ਪ੍ਰੋਗਰਾਮ ਜਿਹਦੇ ਵਿੱਚ ਐਪਲੀਕੈਂਟ ਸਟੇਟ ਪਰਮਾਨੈਂਟ ਰੈਜ਼ੀਡੈਂਟ ਦੇ ਤੌਰ ਤੇ ਲੈਂਡ ਕਰ ਸਕਦਾ ਹੈਗਾ ਹੁਣ ਸਟਾਰਟਅਪ ਵੀਜ਼ਾ ਹੈਗਾ ਕੀ ਹੈਗਾ ਜੀ ਸਟਾਰਟਅਪ ਵੀਜ਼ਾ ਦੇ ਵਿੱਚ ਇੱਕ ਇਹੋ ਜਿਹਾ ਵੀਜ਼ਾ ਹੈਗਾ ਜਿਹਦੇ ਵਿੱਚ ਤੁਹਾਡੇ ਕੋਲ ਇਹੋ ਜਿਹਾ ਬਿਜ਼ਨਸ ਆਈਡੀਆ ਹੋਵੇ ਜਿਹੜਾ ਇੱਥੇ ਐਂਜਲ ਇਨਵੈਸਟਰਸ ਨੂੰ ਇਨਕਿਊਬੇਟਰਸ ਨੂੰ ਨਜ਼ਰ ਆਵੇ ਕਿ ਇਸ ਆਈਡੀਆ ਦੇ ਵਿੱਚ ਜਾਨ ਹੈਗੀ ਹੈ ਇਹ ਬਿਜ਼ਨਸ ਵਰਕ ਕਰ ਸਕਦਾ ਹੈਗਾ ਸੋ ਉਹਦੇ ਵਾਸਤੇ ਤੁਹਾਨੂੰ ਬਿਜ਼ਨਸ ਪ੍ਰਪੋਜ਼ਲ ਬਿਜ਼ਨਸ ਪਲਾਨਸ ਤੁਹਾਡੇ ਐਪਸ ਐਂਡ ਉਹਦੇ ਵਿੱਚ ਆ ਵੀ ਸ਼ੋ ਕਰਨਾ ਕਿ ਤੁਸੀਂ ਟੈਕਨੋਲੋਜੀ ਨੂੰ ਆਪਣੇ ਬਿਜ਼ਨਸ ਦੇ ਵਿੱਚ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹੋ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਜਾਂ ਬਾਕੀ ਟੈਕਨੋਲੋਜੀਜ਼ ਨੂੰ ਕਿਸ ਤਰ੍ਹਾਂ ਆਪਣੇ ਅਮਾਲਗਾਮੇਟ ਕਰਕੇ ਯੂਜ਼ ਕਰ ਸਕਦੇ ਹੋ ਤਾਂ ਕਿ ਜਿਹੜੇ ਇਨਕਿਊਬੇਟਰਸ ਜਾਂ ਇਨਵੈਸਟਰਸ ਹੈਗੇ ਉਹਨਾਂ ਨੂੰ ਨਜ਼ਰ ਆਵੇ ਯੈਸ ਇਸ ਪ੍ਰੋਗਰਾਮ ਦੇ ਵਿੱਚ ਦੇयर ਇਜ਼ ਅ ਲੋਟ ਆਫ ਪੋਟੈਂਸ਼ੀਅਲ ਐਂਡ ਫਿਰ ਉਹ ਲੈਟਰ ਆਫ ਸਪੋਰਟ ਤੁਹਾਨੂੰ ਇਸ਼ੂ ਕਰਦੇ ਨੇ ਇਸ ਪ੍ਰੋਗਰਾਮ ਦੇ ਵਿੱਚ ਐਪਲੀਕੈਂਟ ਦੇ ਵਿੱਚ ਕੋਲ ਐਜੂਕੇਸ਼ਨ ਘੱਟ ਵੀ ਹੈਗੀ ਹੈ ਤਾਂ ਵੀ ਉਹ ਕੁਆਲੀਫਾਈ ਕਰ ਸਕਦਾ ਬਟ ਆਈਲੈਟ ਦੇ 5 ਬੈਂਡ ਜ਼ਰੂਰ ਚਾਹੀਦੇ ਨੇ ਇਸ ਪ੍ਰੋਗਰਾਮ ਦੇ ਵਿੱਚ ਜਾਣ ਵਾਸਤੇ ਐਂਡ ਸਭ ਤੋਂ ਇੰਪੋਰਟੈਂਟ ਚੀਜ਼ ਲੈਟਰ ਆਫ ਸਪੋਰਟ ਜਿਹੜਾ ਆਂਦੀ ਹੈਗੀ ਹੈ ਜਦੋਂ ਤੁਸੀਂ ਬਿਜ਼ਨਸ ਪਲਾਨ ਵਗੈਰਾ ਸਬਮਿਟ ਕਰਦੇ ਹੋ ਉਹ ਤਕਰੀਬਨ 4 ਤੋਂ 6 ਮਹੀਨਿਆਂ ਦਾ ਪ੍ਰੋਸੈਸ ਹੈਗਾ ਇੱਕ ਵਾਰੀ ਤੁਹਾਡੇ ਕੋਲ ਲੈਟਰ ਆਫ ਸਪੋਰਟ ਆ ਗਈ ਦੈਟ ਮੀਨਸ ਆਲਮੋਸਟ ਯੋਰ ਜੌਬ ਇਜ਼ ਡਨ ਉਸ ਤੋਂ ਬਾਅਦ ਤੁਹਾਡੇ ਹੋਮ ਕੰਟਰੀ ਦੇ ਵਿੱਚ ਪੁਲਿਸ ਕਲੀਅਰੈਂਸ ਮੈਡੀਕਲ ਵਾਸਤੇ ਐਪਲੀਕੇਸ਼ਨ ਚਲੀ ਜਾਂਦੀ ਹੈ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਚਲੀ ਜਾਂਦੀ ਹੈ ਐਂਡ ਤੁਸੀਂ ਵਿਦ ਫੈਮਿਲੀ ਐਜ਼ ਅ ਪਰਮਾਨੈਂਟ ਰੈਜ਼ੀਡੈਂਟ ਲੈਂਡ ਕਰ ਜਾਂਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਏਜ ਦੀ ਕੋਈ ਲਿਮਿਟ ਨਹੀਂ ਹੈਗੀ ਕਿ ਇਸ ਏਜ ਤੋਂ ਥੱਲੇ ਹੋਣੇ ਚਾਹੀਦੇ ਹੋ ਐਜੂਕੇਸ਼ਨ ਦੀ ਕੋਈ ਇਹੋ ਜਿਹੀ ਰਿਕੁਆਇਰਮੈਂਟ ਨਹੀਂ ਹੈਗੀ ਆਈਲੈਟ ਦੀ ਜ਼ਰੂਰ ਰਿਕੁਆਇਰਮੈਂਟ ਹੈਗੀ 5 ਬੈਂਡ ਦੀ ਅਦਰ ਦੈਨ ਦੈਟ ਤੁਹਾਡੇ ਬੱਚੇ ਜਿਹੜੇ 21 ਤੋਂ ਥੱਲੇ ਨੇ ਦੇ ਵਿਲ ਆਲ ਬੀ ਪਾਰਟ ਆਫ ਦਾ ਐਪਲੀਕੇਸ਼ਨ ਜੀ ਬਿਲਕੁਲ ਨੈਕਸਟ ਕਾਲਰ ਜੁੜ ਗਏ ਨੇ ਆਪਾਂ ਬਾਕੀ ਦਾ ਰਿਪਲਾਈ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅਸੀਂ ਜੀ ਬ੍ਰਹਮਪੁਰ ਤੋਂ ਬੋਲਦੇ ਹਾਂ ਜੀ ਸਾਡੇ ਬੇਟੇ ਨੇ ਸਾਡੀ PR ਦੀ ਫਾਈਲ ਲਾਈ ਸੀਗੀ ਸਾਡਾ ਜੀ ਡਾਕਟਰੀ ਵੀ ਹੋਵੇ ਫਿੰਗਰਪ੍ਰਿੰਟ ਵੀ ਹੋਵੇ ਜੀ ਪੁਲਿਸ ਰਿਪੋਰਟ ਵੀ ਇਹਨਾਂ ਦੀ ਆ ਗਈ ਇੰਡੀਆ ਤੋਂ ਹੋ ਕੇ ਮੇਰੀ ਆਈ ਨਹੀਂ ਤੇ ਵੀ ਹੁਣ ਮਤਲਬ ਸਾਨੂੰ PR ਨੂੰ ਕਿੰਨਾ ਟਾਈਮ ਲੱਗ ਜਾਊਗਾ ਕਦੋਂ ਲਗਾਈ ਸੀ ਜੀ ਕਦੋਂ ਲਗਾਈ ਸੀ ਫਾਈਲ ਹਾਂਜੀ ਕਦੋਂ ਲਗਾਈ ਸੀ ਫਾਈਲ ਹੈ 18 ਚ ਜੀ 2018 ਦੇ ਵਿੱਚ ਠੀਕ ਹੈ ਜੀ ਸਰ ਕੁਝ PR ਦੀ ਬੇਟੇ ਨੇ ਠੀਕ ਹੈ ਜੀ ਤੁਸੀਂ ਹਾਂਜੀ ਠੀਕ ਹੈ ਜੀ ਟੀਵੀ ਸਕਰੀਨ ਤੇ ਤੁਸੀਂ ਆਨਸਰ ਸੁਣ ਸਕਦੇ ਹੋ ਥੈਂਕ ਯੂ ਕਾਲ ਕਰਨ ਲਈ ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਂ ਹਿਤੇਸ਼ ਬੋਲ ਰਿਹਾ ਸੀ ਅਲਬਰਟਾ ਤੋਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੱਸੋ ਕੀ ਪੁੱਛਣਾ ਮੈਂ ਪੁੱਛਣਾ ਸੀ ਕਿ ਮੈਂ ਜਿਹਦਾ ਫਾਈਲ ਲਾਈ ਸੀ ਆਪਣੀ PR ਦੀ ਐਕਸਪ੍ਰੈਸ ਐਂਟਰੀ ਚ PNP ਦੇ ਥਰੂ ਅਕਤੂਬਰ ਚ ਤੇ ਮੇਰਾ ਜਿਹਦਾ ਪਾਸਪੋਰਟ ਐਕਸਪਾਇਰ ਹੋ ਜਾਣਾ ਆ ਨੈਕਸਟ ਈਅਰ 2022 ਅਕਤੂਬਰ ਚ ਤੇ ਮੈਂ ਪੁੱਛਣਾ ਸੀ ਕਿ ਉਸ ਲਈ ਤੇ ਮੇਰਾ ਵੀਜ਼ਾ ਵੀ ਐਕਸਪਾਇਰ ਹੋ ਜਾਣਾ ਮੈਂ LMI ਤੇ ਆਇਆ ਸੀ ਮੈਂ ਉਸ ਰਿਗਾਰਡਿੰਗ ਪੁੱਛਣਾ ਸੀ ਕਿ ਮਤਲਬ ਕਦੋਂ ਮੈਨੂੰ ਪਾਸਪੋਰਟ ਰੀਨਿਊ ਕਰਾਉਣਾ ਚਾਹੀਦਾ ਤੇ ਕਿੱਦਾਂ ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ ਜੀ ਠੀਕ ਹੈ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਕਾਲ ਕਰਨ ਲਈ ਤੁਹਾਡਾ ਥੈਂਕ ਯੂ ਥੈਂਕ ਯੂ ਨੈਕਸਟ ਕਾਲਰ ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਵਿੰਸਰ ਤੋਂ ਬੋਲਦੇ ਸੀ ਜੀ। ਮੇਰਾ ਪੀਆਰ ਕਾਰਡ ਰਿਨਿਊਅਲ ਵਾਸਤੇ ਭੇਜਿਆ, 2 ਮਹੀਨੇ ਹੋ ਗਏ ਐਪਲੀਕੇਸ਼ਨ ਭੇਜੀ ਨੂੰ, ਬਟ ਮੈਂ ਇੰਡੀਆ ਜਾਣਾ। ਮੇਰੇ ਫਾਦਰ ਬਹੁਤ ਜ਼ਿਆਦਾ ਸਿੱਕ ਨੇ, ਸਡਨਲੀ ਸੀਰੀਅਸ ਮੈਟਰ, ਤੇ ਮੈਂ ਉਸ ਵਾਸਤੇ ਕੀ ਕਰ ਸਕਦੀ, ਕਿਵੇਂ ਜਾ ਸਕਦੀ ਉਹਦੇ ਤੋਂ ਬਿਨਾਂ ਪੀਆਰ ਕਾਰਡ ਪੁੱਛਣਾ ਚਾਹੁੰਦੀ ਸੀ ਜੀ ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਤੁਸੀਂ ਓਕੇ ਜੀ, ਥੈਂਕ ਯੂ ਜੀ। ਪਹਿਲਾਂ ਬ੍ਰਾਂਪਟਨ ਤੋਂ ਕਾਲ ਆਈ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਬੇਟੇ ਨੇ 2018 ਚ ਪੀਆਰ ਦੀ ਫਾਈਲ ਲਗਾਈ ਸੀ, ਪੀਸੀਸੀ ਸਾਰਿਆ ਕੁਝ ਹੋ ਚੁੱਕਿਆ, ਉਹਨਾਂ ਦੀ ਪੀਸੀਸੀ ਨਹੀਂ ਆਈ ਹੈਗੀ, ਕਿੰਨਾ ਟਾਈਮ ਲੱਗ ਸਕਦਾ ਹੈ? ਪੀਸੀਸੀ ਨਹੀਂ ਓਕੇ, ਤਰ੍ਹਾਂ ਆਪਾਂ ਕਾਲ ਲੈ ਲਈਏ ਫਿਰ ਆਪਾਂ ਵਾਪਸ ਆਨੇ ਬਿਲਕੁਲ ਜੀ। ਕਾਲਰਸ ਨਾਲ ਦੀ ਨਾਲ ਜੁੜ ਰਹੇ ਨੇ, ਸਾਡੀ ਸਰਵਰ ਟੀਮ ਨੂੰ ਕਵਾਂਗੇ ਨਾਲ ਦੀ ਨਾਲ ਕਾਲਸ ਫਾਰਵਰਡ ਕੀਤੀਆਂ ਜਾਣ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਲਾਈਵ ਪ੍ਰੋਗਰਾਮ ਦੇਖ ਰਿਹਾ ਹਾਂਜੀ, ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕੀਤੀ ਹੈ, ਦੱਸੋ ਜੀ ਕੀ ਸਵਾਲ ਹੈ? ਹਾਂਜੀ, ਅਸੀਂ ਮੇਰੀ ਨਾ ਮਾਤਾ ਜੀ ਨੇ 80 ਸਾਲ ਤੋਂ ਉੱਪਰ ਨਾ ਉਮਰ, ਉਹ ਵੀ ਸੁਪਰ ਵੀਜ਼ਾ ਤੇ ਇੱਥੇ ਕੈਨੇਡਾ ਆ ਗਏ। ਓਕੇ। ਹਾਂ, ਅਸੀਂ 2 ਬ੍ਰਦਰ ਹਾਂ, ਇੱਕ ਸਿਸਟਰ, ਮੈਂ ਤੇ ਮੇਰੀ ਸਿਸਟਰ, ਅਸੀਂ ਇੱਥੇ ਪੱਕੇ ਆ। ਬ੍ਰਦਰ ਮੇਰਾ ਉਹ ਆਪਣੇ ਬੱਚਿਆਂ ਕੋਲੇ ਅਮਰੀਕਾ ਜਾਊਗਾ, ਠੀਕ ਹੈ ਜੀ। ਉਹਦਾ ਵੀਜ਼ਾ ਲੱਗ ਗਿਆ ਤੇ ਹੁਣ ਉਹ ਇੱਥੇ ਆਏ ਹੋਏ ਨੇ, ਉਹਨਾਂ ਦਾ ਮਗਰ ਕੋਈ ਸਾਂਭਣ ਵਾਲਾ ਨਹੀਂ, ਵੀ ਅਸੀਂ ਕੀ ਕਰ ਸਕਦੇ ਹਾਂ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਥੈਂਕ ਯੂ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ ਮੈਮ, ਸਤਿ ਸ਼੍ਰੀ ਅਕਾਲ। ਗੁਰਪ੍ਰੀਤ ਗੱਲ ਕਰਦਾ ਜੀ, ਮੈਂ ਐਡਮਿੰਟਨ ਤੋਂ। ਹਾਂਜੀ ਹਾਂਜੀ ਮੈਮ, ਮੇਰੀ AINP ਦੇ ਥਰੂ ਪਰਮਾਨੈਂਟ ਰੈਜ਼ੀਡੈਂਸੀ ਦੀ ਫਾਈਲ ਲੱਗੀ ਹੋਈ ਆ ਅਕਤੂਬਰ 2019 ਤੋਂ। ਜੀ। ਵਾਈਫ ਮੇਰੀ ਇੰਡੀਆ ਨੇ, ਉਹਨਾਂ ਦਾ ਦੂਜੀ ਵਾਰ ਮੈਡੀਕਲ ਹੋ ਗਿਆ ਹੁਣ 2 ਮਹੀਨੇ ਪਹਿਲਾਂ ਅਕਤੂਬਰ 'ਚ। ਮੈਨੂੰ ਦੱਸ ਸਕਦੇ ਹੋ ਤੁਸੀਂ ਕੋਈ ਕਦੋਂ, ਕਿੰਨਾ ਟਾਈਮ ਹੋਰ ਲੱਗੂਗਾ? ਟਾਈਮ ਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਆ। ਥੈਂਕ ਯੂ ਸੋ Thank you, ਮਚ ma'am. ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਤਾਂ ਜੀ ਬ੍ਰੈਂਪਟਨ ਤੋਂ ਬੋਲਦੇ ਆ। ਹਾਂਜੀ। ਤੇ ਅਸੀਂ ਮੈਡਮ ਪੁੱਛਣਾ ਹੈ, ਸਾਡਾ ਸੁਪਰ ਵੀਜ਼ਾ ਸੀ ਤੇ ਸੁਪਰ ਵੀਜ਼ਾ ਸਾਡਾ ਪਿਛਲੇ ਦਸੰਬਰ ਦਾ ਐਕਸਪਾਇਰ ਹੋਇਆ ਤੇ ਹੁਣ ਅਸੀਂ ਰਹਿਣ ਦੇ ਆ ਤੇ ਰਹਿਣ ਦੇ ਆ ਤੇ ਹੁਣ ਤਾਂ ਅਸੀਂ ਇੰਡੀਆ ਜਾਣਾ ਹੈ ਫਰਵਰੀ 'ਚ। ਤੇ ਹੁਣ ਅਸੀਂ ਕਿੱਦਾਂ ਕਰਕੇ ਭਈ ਸਾਨੂੰ ਜੇ ਅਸੀਂ ਇੱਥੇ ਪਾਉਂਦੇ ਦੁਬਾਰਾ ਤਾਂ ਸਾਨੂੰ ਕੋਈ ਮੁਸ਼ਕਲ ਤਾਂ ਨਹੀਂ ਆਊ ਪੀਆਰ 'ਚ? ਜਿੱਦਾਂ ਅੱਗੇ ਸਾਡੀ ਨਹੀਂ ਲਾਟਰੀ ਨਿਕਲੀ, ਗਾਂ ਜਦੋਂ ਨਿਕਲੂਗਾ ਜੇ ਇੱਥੇ ਵਧਾਉਣੇ ਆ ਜੀ ਤੇ ਠੀਕ। ਸਾਨੂੰ ਕੋਈ ਮੁਸ਼ਕਲ ਤਾਂ ਨਹੀਂ ਆਊਗੀ ਜਿੱਦਾਂ ਦੇ ਪੀਆਰ ਦੀ ਗਾਂ ਮੁਸ਼ਕਲ ਆਉਂਦੀ ਜੇ ਤੁਸੀਂ ਵਧਾਈ ਜੋ 2 ਵਾਰੀ ਨਹੀਂ ਵਧਾ ਲਈ ਆ। ਸਰ ਤੁਸੀਂ ਆਨਸਰ ਦੋਗੇ। ਤੇ ਥੈਂਕ ਹੁਣ ਯੂ ਅਸੀਂ ਇੰਡੀਆ ਜਾ ਕੇ ਫਿਰ ਸਾਡਾ ਸੁਪਰ ਵੀਜ਼ਾ ਲੱਗਣਾ ਵੀ ਸੁਪਰ ਵੀਜ਼ਾ ਹੁਣ ਸਾਨੂੰ ਇਹ ਵੀ ਉੱਥੇ ਕਰੇ ਨਾ ਜ਼ਿਆਦਾ ਟਾਈਮ ਨਾ ਲੱਗਦਾ ਹੋਵੇ। ਠੀਕ ਹੈ ਜੀ, ਖਰਚਾ ਵੀ ਲੱਗਦਾ। ਤੁਸੀਂ ਟੀਵੀ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਆ। ਓਕੇ ਜੀ, ਓਕੇ, ਥੈਂਕ ਯੂ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਬ੍ਰੈਂਪਟਨ ਤੋਂ ਬੋਲ ਰਿਹਾ ਜੀ। ਹਾਂਜੀ। ਮੈਂ ਤੇ ਮੇਰੀ ਵਾਈਫ ਦੋਵੇਂ ਇੱਥੇ ਪੀਆਰ ਹੈ ਤੇ ਮੇਰੇ ਫਾਦਰ ਤੇ ਮਦਰ ਵੀ ਪੀਆਰ ਨੇ। ਤੇ ਮੇਰਾ ਇੱਕ ਭਤੀਜਾ ਹੈ ਉੱਥੇ 12 ਸਾਲ ਦਾ, ਤੇ ਮੈਂ ਉਹਨੂੰ ਇੱਥੇ ਸਟੱਡੀ ਜਾਂ ਕਿਸੇ ਹੋਰ ਤਰੀਕੇ ਨਾਲ ਬੁਲਾਉਣਾ ਚਾਹੁੰਦਾ, ਤੇ ਮੈਂ ਚਾਹੁੰਦਾ ਉਸ ਦਾ ਕੋਈ ਰਹਿ ਤਰੀਕਾ ਬੁਲਾਉਂਦਾ ਜੀ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਆ। ਹੁਣ ਅਸੀਂ ਕੁਝ ਸਮੇਂ ਲਈ ਕਾਲਸ ਜਿਹੜੀਆਂ ਹੋਲਡ ਤੇ ਪਾਵਾਂਗੇ, ਅਸੀਂ ਆਨਸਰ ਕਰ ਦਈਏ। ਪਹਿਲਾਂ ਜਿਨ੍ਹਾਂ ਨੇ ਕਿਹਾ ਸੀ ਕਿ ਬੇਟੇ ਨੇ ਪੀਆਰ ਦੀ ਫਾਈਲ ਲਗਾਈ ਹੋਈ ਆ ਤੇ ਹਸਬੰਡ ਦੀ ਪੀਸੀਸੀ ਆ ਚੁੱਕੀ ਆ, ਉਹਨਾਂ ਦੀ ਨਹੀਂ ਆਈ ਹੈਗੀ। ਪੁਲਿਸ ਕਲੀਅਰੈਂਸ ਨਹੀਂ, ਉਹਨਾਂ ਦੀ ਪੀਆਰ ਦੇ ਡਾਕੂਮੈਂਟਸ ਮੈਨੂੰ ਲੱਗਦਾ ਕਿ ਆ ਚੁੱਕੇ ਨੇ। ਸਿਰਫ ਇਹਨਾਂ ਦੇ ਉਹਨਾਂ ਦੇ ਪੀਸੀਸੀ ਵਗੈਰਾ ਸਾਰਾ ਦੁਬਾਰਾ ਹੋ ਚੁੱਕਾ, ਡਾਕਟਰੀ ਦੁਬਾਰਾ ਹੋ ਚੁੱਕੀ ਹੈ, ਤਾਂ ਉਹ ਪੁੱਛ ਰਹੇ ਇਹਨਾਂ ਦਾ ਰਹਿ ਗਿਆ। ਬਸ ਥੋੜੀ ਦੇਰ ਹੋਰ ਵੇਟ ਕਰੋ ਜੀ, ਐਂਡ ਹੋਪਫੁਲੀ ਸੂਨ ਤੁਹਾਡੇ ਵੀ ਡਾਕੂਮੈਂਟਸ ਆ ਜਾਣੇ ਚਾਹੀਦੇ ਨੇ, ਬਿਕੋਜ਼ ਤੁਹਾਡੇ ਮੈਡੀਕਲਸ ਤਾਂ ਆਲਮੋਸਟ ਸੇਮ ਟਾਈਮ ਤੇ ਹੋਏ ਨੇ। ਸੋ ਬੀ ਪੇਸ਼ੈਂਟ ਐਂਡ ਆਰਾਮ ਨਾਲ ਸੋ। ਬਿਲਕੁਲ ਜੀ। ਨੈਕਸਟ ਸੀ ਐਲਬਰਟਾ ਤੋਂ ਹਿਤੇਸ਼ ਦੀ ਕਾਲ ਸੀ। ਉਹਨਾਂ ਨੇ ਆਪਣੇ ਪਾਸਪੋਰਟ ਬਾਰੇ ਪੁੱਛਣਾ ਚਾਹੁੰਦੇ ਸੀ, ਐਕਸਪਾਇਰ ਹੋਣ ਵਾਲਾ ਅਕਤੂਬਰ 2022 ਦੇ ਵਿੱਚ, ਤੇ LMIA ਵੀਜ਼ਾ ਵੀ ਐਕਸਪਾਇਰ ਹੋਣ ਵਾਲਾ। ਜੀ ਹਿਤੇਸ਼, ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਇਨ ਪ੍ਰੋਸੈਸ ਹੈਗੀ ਹੈ, ਐਂਡ ਅਕਤੂਬਰ 2022 ਦੇ ਵਿੱਚ ਤੁਹਾਡਾ ਪਾਸਪੋਰਟ ਐਕਸਪਾਇਰ ਹੋ ਰਿਹਾ। ਤੁਸੀਂ 6 ਮਹੀਨੇ ਪਹਿਲੇ ਰੀਨਿਊ ਕਰਾਉਣ ਦਾ ਪ੍ਰੋਸੈਸ ਆਪਣਾ ਸ਼ੁਰੂ ਕਰ ਸਕਦੇ ਹੋ, ਇਨੀਸ਼ੀਏਟ ਕਰ ਸਕਦੇ ਹੋ, ਬਟ ਹੋ ਸਕਦਾ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਬਾਏ ਦਾ ਟਾਈਮ ਇਟ ਸ਼ੁੱਡ ਗੈਟ ਡਨ। ਜੀ। ਨੈਕਸਟ ਸੀ ਵਿੰਸਰ ਤੋਂ ਕਾਲ ਆਈ ਸੀ। ਉਹਨਾਂ ਨੇ ਕਿਹਾ ਸੀ ਕਿ ਪੀਆਰ ਰੀਨਿਊਅਲ ਕਾਰਡ ਦੀ ਰੀਨਿਊਅਲ ਦੇ ਬਾਰੇ ਜਾਣਨਾ ਚਾਹੁੰਦੇ ਨੇ, ਇੰਡੀਆ ਜਾਣਾ ਉਹਨਾਂ ਨੇ। ਹਾਂਜੀ, ਇਹ ਭੈਣ ਜੀ ਦੱਸ ਰਹੇ ਸੀਗੇ ਕਿ ਇਹਨਾਂ ਦੇ ਫਾਦਰ ਇਜ਼ ਨਾਟ ਵੈਲ, ਤੇ ਬਿਲਕੁਲ ਜੀ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਆ ਪੀਆਰ ਕਾਰਡ ਦੀ, ਉਹ ਇਟ ਇਜ਼ 150 ਡੇਜ਼ ਦੇ ਆਸ-ਪਾਸ ਚੱਲ ਰਿਹਾ ਹੈਗਾ, 150 ਦਿਨ ਦੇ ਆਸ-ਪਾਸ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੈਗਾ। ਐਕਸਪੀਰਾਈਟਡ ਦੇ ਵਿੱਚ ਵੀ ਅੱਜ ਦੀ ਤਰੀਕ ਦੇ ਵਿੱਚ ਐਪਲੀਕੇਸ਼ਨ ਨੂੰ ਡਿਲੇ ਚੱਲ ਰਿਹਾ ਹੈਗਾ। ਸੋ
ਤੁਹਾਡੇ ਕੋਲ ਆਪਸ਼ਨ ਇਹ ਹੈਗੀ ਕਿ ਤੁਸੀਂ ਟਰੈਵਲ ਕਰ ਸਕਦੇ ਹੋ, ਬਿਕੋਜ਼ ਬਾਹਰ ਜਾਣ ਵਾਸਤੇ ਤੇ ਤੁਹਾਨੂੰ ਪੀਆਰ ਕਾਰਡ ਦੀ ਲੋੜ ਨਹੀਂ ਹੈਗੀ ਹੈ। ਸੋ ਵਾਪਸ ਆਉਣ ਵਾਸਤੇ ਤੁਹਾਨੂੰ ਪਰਮਨੈਂਟ ਰੈਜ਼ੀਡੈਂਸੀ ਕਾਰਡ ਦੀ, ਪਰਮਨੈਂਟ ਪੀਆਰ ਕਾਰਡ ਦੀ ਲੋੜ ਹੈਗੀ ਹੈ। ਉਦੋਂ ਤੁਸੀਂ ਟਰੈਵਲ ਡਾਕੂਮੈਂਟ ਲੈ ਕੇ ਵੀ ਵਾਪਸ ਆ ਸਕਦੇ ਹੋ ਇਨ ਕੇਸ ਤੁਹਾਡਾ ਪੀਆਰ ਕਾਰਡ ਉਸ ਟਾਈਮ ਤੇ ਰੀਨਿਊ ਹੋ ਕੇ ਨਾ ਆਵੇ। ਐਂਡ ਜੇ ਉਹ ਕਿਸੇ ਰੀਨਿਊ ਹੋ ਕੇ ਆ ਜਾਵੇ ਤਾਂ ਤੁਸੀਂ ਕਿਸੇ ਦੇ ਹੱਥ, ਕਿਸੇ ਦੇ ਰਾਹੀਂ ਆਥੋਰਾਈਜੇਸ਼ਨ ਲੈਟਰ ਦੇ ਨਾਲ ਉਹ ਵਾਪਸ ਆਪਣੇ ਕੋਲ ਉੱਥੇ ਮੰਗਾ ਸਕਦੇ ਹੋ। ਜੀ ਨੈਕਸਟ ਸੀਗੀ, ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਮਮ 80 ਇਅਰਸ ਦੇ ਨੇ ਤੇ ਪਿੱਛੇ ਕੋਈ ਹੈ ਨਹੀਂ ਸੰਭਾਲਣ ਲਈ, ਸੁਪਰ ਵੀਜ਼ਾ ਤੇ ਇੱਥੇ ਨੇ, ਬ੍ਰਦਰ ਯੂਐਸ ਸ਼ਿਫਟ ਹੋ ਰਿਹਾ, ਸੋ ਕਿਵੇਂ ਆਪਣੀ ਮਦਰ ਨੂੰ ਇੱਥੇ ਰੱਖ ਸਕਦੇ ਨੇ? ਵੀਰ ਜੀ 80 ਇਅਰਸ ਦੇ ਮਦਰ ਹੈਗੇ ਨੇ। ਆਈ ਅੰਡਰਸਟੈਂਡ ਕਿ ਤੁਹਾਡਾ ਕੰਸਰਨ ਹੈਗਾ ਕਿ ਕਿਤੇ ਕੁਝ ਤੁਹਾਡੇ ਨਜ਼ਰ ਦੇ ਸਾਹਮਣੇ ਹੋਣ ਤੇ ਉਹਨੂੰ ਸ਼ੀ ਵੁੱਡ ਬੀ ਬੈਟਰ ਲੁਕਡ ਆਫਟਰ, ਬਿਕੋਜ਼ ਬਜ਼ੁਰਗ ਵੀ ਜਦੋਂ ਇਕੱਲੇ ਹੋ ਜਾਂਦੇ ਨੇ ਤੇ ਕਈ ਵਾਰੀ ਖਾਣਾ ਪੀਣਾ ਵੀ ਉਸ ਤਰ੍ਹਾਂ ਕੇਅਰ ਨਹੀਂ ਕਰਦੇ। ਤੇ ਆਈ ਕੈਨ ਅੰਡਰਸਟੈਂਡ ਯੂਰ ਕੰਸਰਨਸ। ਤੁਹਾਡੀ HNC ਦੀ ਐਪਲੀਕੇਸ਼ਨ ਤੁਸੀਂ ਜ਼ਰੂਰ ਪੁੱਟ ਅਪ ਕਰ ਸਕਦੇ ਹੋ। ਆਊਟਕਮ ਕੀ ਹੋਏਗਾ, ਬਟ ਜੇ ਆਪਾਂ ਖੂਹ ਚਿੱਟ ਨਹੀਂ ਮਾਰਾਂਗੇ ਤਾਂ ਛਿੱਟੇ ਤਾਂ ਆਣੇ ਨਹੀਂ ਹੈਗੇ। ਸੋ ਇਟ ਇਜ਼ ਵਰਥ ਪੁਟਿੰਗ ਦੈਟ ਐਪਲੀਕੇਸ਼ਨ ਇਨ, ਐਪਲੀਕੇਸ਼ਨ ਲਗਾਓ ਐਂਡ ਬਾਬਾ ਜੀ ਦਾ ਨਾਂ ਲੈ ਕੇ ਇਟ ਮਾਈਟ ਗੋ ਥਰੂ। ਬਿਲਕੁਲ ਸਰ। ਨੈਕਸਟ ਸੀ ਐਡਮਿੰਟਨ ਤੋਂ ਕਾਲ ਆਈ ਸੀ ਤੇ AINP ਦੇ ਜ਼ਰੀਏ ਜਿਨ੍ਹਾਂ ਨੇ ਅਕਤੂਬਰ 2019 ਚ ਆਪਣੀ ਫਾਈਲ ਲਗਾਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਵਾਈਫ ਇੰਡੀਆ ਨੇ 2 ਵਾਰ ਮੈਡੀਕਲ ਜਿਹੜਾ ਹੈ ਉਹਨਾਂ ਦਾ ਹੋ ਚੁੱਕਿਆ ਵਾ ਤੇ ਕੀ ਚਾਂਸਸ ਨੇ? ਬਿਲਕੁਲ ਜੀ, ਹੁਣ ਚੀਜ਼ਾਂ ਐਕਸਪੀਰਾਈਟ ਹੋਈਆਂ ਸੀਗੀਆਂ। ਅਗਸਟ onwards we were seeing some good movements on the files, but unfortunately ਨਵੇਂ ਵੇਰੀਐਂਟ ਕਰਕੇ ਫਿਰ I think we might see some things holding us back again. So as of today just wait and watch and hopefully application ਤੁਹਾਡੀ ਜਲਦੀ you will hear some good news. ਜੀ ਬਿਲਕੁਲ। ਉਸ ਤੋਂ ਬਾਅਦ ਬ੍ਰਾਂਪਟਨ ਤੋਂ ਕਾਲ ਸੀ, ਉਹਨਾਂ ਨੇ ਕਿਹਾ ਸੀ ਕਿ ਸੁਪਰ ਵੀਜ਼ਾ ਤੇ ਉਹ ਇੱਥੇ ਆਏ ਹੋਏ ਨੇ ਤੇ 2 ਵਾਰੀ ਐਕਸਟੈਂਡ ਕਰ ਚੁੱਕੇ ਨੇ, ਹੁਣ ਇੰਡੀਆ ਜਾਣਾ ਆਉਣ ਵੇਲੇ ਦੁਬਾਰਾ ਮੁਸ਼ਕਿਲ ਤਾਂ ਨਹੀਂ ਹੋਏਗੀ ਜਾਂ ਪੀਆਰ ਪ੍ਰੋਸੈਸ 'ਚ? ਬਿਲਕੁਲ ਜੀ, ਜੇ ਤੁਸੀਂ 2 ਵਾਰੀ ਆਪਣੀ ਐਕਸਟੈਂਸ਼ਨ ਲਿੱਤੀ ਹੈ ਉਹ ਲੀਗਲੀ ਐਕਸਟੈਂਸ਼ਨ ਲਿੱਤੀ ਗਈ ਹੈ ਐਂਡ ਲੀਗਲੀ ਤੁਸੀਂ ਆਪਣੀ ਪਰਮਿਸ਼ਨ ਮੰਗੀ ਸੀਗੀ ਐਂਡ ਪਰਮਿਸ਼ਨ ਗ੍ਰਾਂਟ ਕੀਤੀ ਗਈ ਹੈ। ਸੋ ਉਹਦੇ ਤੇ ਉੱਤੇ ਹੀ ਤੁਸੀਂ ਕੈਨੇਡਾ ਦੇ ਵਿੱਚ ਰਹੇ ਹੋ। ਸੋ ਤੁਸੀਂ ਕੋਈ ਵੀ ਇਲੀਗਲ ਚੀਜ਼ ਨਹੀਂ ਕੀਤੀ, ਤੁਹਾਨੂੰ ਅੱਗੇ ਵੀਜ਼ਾ ਦੇ ਵਿੱਚ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਜੀ। ਜੀ ਬਿਲਕੁਲ। ਤੇ ਨੈਕਸਟ ਸੀ ਬ੍ਰਾਂਪਟਨ ਤੋਂ, ਪੀਆਰ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਸੀ ਕਿ ਉਹ ਵੀ ਪੀਆਰ ਨੇ, ਮਮ ਡੈਡ ਵੀ ਪੀਆਰ ਨੇ, ਇੱਕ 12 ਸਾਲ ਦਾ ਭਤੀਜਾ। ਇਹਦੇ ਬਾਰੇ ਗੱਲ ਕਰਾਂਗੇ। ਪਹਿਲਾਂ ਇੱਕ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਜੀ ਤੇ ਕੀ ਸਵਾਲ ਹੈ? ਅਸੀਂ ਜੀ ਕੈਨੇਡਾ ਆਏ ਹੋਏ ਆ ਵਿਜ਼ਟਰ ਵੀਜ਼ੇ ਦੇ ਉੱਤੇ। ਅਸੀਂ ਬੇਟੇ ਦੇ ਵਿਆਹ ਵਾਸਤੇ ਆਏ ਸੀਗੇ ਤੇ ਅਸੀਂ ਇਹ ਪੁੱਛਣਾ ਹੈ, ਅਸੀਂ ਇੱਕ ਬੇਟੀ ਦੀ ਵੀ ਫਾਈਲ ਲਗਾਈ ਸੀਗੀ 14 ਅਕਤੂਬਰ ਨੂੰ, ਬਟ ਹੁਣ ਤੱਕ ਉਹਦਾ ਕੋਈ ਵੀ ਰਿਪਲਾਈ ਨਹੀਂ ਆਇਆ। ਵੀ ਜਦੋਂ ਵੀ ਅਸੀਂ 2 ਵਾਰ ਵੈਬ ਫਾਰਮ ਦੇ ਥਰੂ ਇਨਕੁਆਇਰੀ ਵੀ ਰੇਜ਼ ਕੀਤੀ, ਬਟ ਉਹ ਕਹੀ ਜਾ ਰਹੇ ਆ ਬਈ ਡਿਊ ਟੂ ਅਫਗਾਨਿਸਤਾਨ ਕ੍ਰਾਈਸਿਸ ਐਪਲੀਕੇਸ਼ਨ ਇਜ਼ ਇਨ ਪ੍ਰੋਸੈਸ। ਜੀ ਤੁਸੀਂ ਬੇਟੀ ਦੀ ਕਾਦੀ ਫਾਈਲ ਲਗਾਈ ਸੀ? ਬੇਟੀ ਦੀ ਕਾਦੀ ਫਾਈਲ ਲਗਾਈ ਸੀ? ਵਿਜ਼ਿਟ ਵੀਜ਼ਾ ਦੀ। ਸਾਡੇ ਜੀ ਬੇਟੇ ਦਾ ਵਿਆਹ ਸੀਗਾ। ਠੀਕ ਹੈ ਜੀ, ਠੀਕ ਹੈ। ਮੰਮੀ ਤੇ ਡੈਡੀ ਦਾ, ਹਾਂਜੀ ਠੀਕ ਹੈ ਜੀ, ਬੇਟੇ ਦਾ ਵਿਆਹ ਸੀਗਾ। ਉਹ ਬੇਟਾ ਕੈਨੇਡਾ ਦੇ ਵਿੱਚ ਪੀਆਰ ਆਲਰੇਡੀ 5-6 ਸਾਲ ਤੋਂ। ਠੀਕ ਹੈ ਜੀ, ਤੁਸੀਂ ਟੀਵੀ ਦੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ। ਓਕੇ, ਥੈਂਕ ਯੂ। ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਬੋਲ ਰਿਹਾ ਜੀ ਪੁਨੀਪੈਕ ਤੋਂ। ਜੀ ਹਾਂਜੀ ਮੈਮ, ਮੈਂ ਤੁਹਾਨੂੰ ਦੱਸਣਾ ਸੀਗਾ ਜੀ, ਲਾਈਕ ਮੈਂ ਫਾਈਲ ਅਪਲਾਈ ਕੀਤੀ ਸੀ। ਜੀ ਸਰ, ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਸੀਂ ਦੁਬਾਰਾ ਸਾਨੂੰ ਕਾਲ ਕਰ ਸਕਦੇ ਹੋ ਤੇ ਤੁਹਾਡੀ ਆਵਾਜ਼ ਜਿਹੜੀ ਇਸ ਵਕਤ ਆ ਨਹੀਂ ਰਹੀ ਹੈਗੀ, ਮਾਫੀ ਚਾਹਾਂਗੇ, ਕੋਈ ਡਿਸਟਰਬੈਂਸ ਆ ਰਹੀ ਹੈ। ਬ੍ਰਾਂਪਟਨ ਤੋਂ ਕਾਲ ਆਈ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਜਿਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਸੁਪਰ ਵੀਜ਼ਾ ਤੇ ਉਹਨਾਂ ਨੇ ਇੱਥੇ ਹੈਗਾ 2 ਵਾਰੀ ਐਕਸਟੈਂਡ ਕਰ ਲਿਆ ਤੇ ਵਾਪਸ ਆਉਣ 'ਚ ਕੋਈ ਪ੍ਰੋਬਲਮ ਤਾਂ ਨਹੀਂ ਹੋਏਗੀ? ਅਸੀਂ ਹੁਣ ਨੈਫਿਊ ਦੇ ਉੱਤੇ ਆ ਗਏ ਸੀ ਸਵਾਲ ਦੇ। ਸੌਰੀ, ਮਾਫੀ ਚਾਹਾਂਗੀ, ਮੈਂ ਖੁਦ ਕਨਫਿਊਜ਼ ਹੋ ਗਈ। ਨੈਫਿਊ ਬਾਰੇ ਤਾਂ ਦੱਸੋ ਜੀ। ਬਿਲਕੁਲ, ਜੇ ਤੁਸੀਂ ਆਪਣੇ ਨੈਫਿਊ ਨੂੰ ਲੈ ਕੇ ਆਉਣਾ ਚਾਹੁੰਦੇ ਹੋ ਸਟੱਡੀ ਪਰਮਿਟ ਤੇ, ਬਿਲਕੁਲ ਉਹ ਪੋਸੀਬਿਲਿਟੀ ਹੈਗੀ ਹੈ। ਐਂਡ ਬੱਚੇ ਜਿਹੜੇ ਸਕੂਲ ਦੇ ਵਿੱਚ ਵੀ ਹੈਗੀਆਂ, ਯੂ ਵਿਲ ਬੀ ਦ ਲੋਕਲ ਗਾਰਡੀਅਨ ਟੂ ਦੈਟ ਚਾਈਲਡ ਐਂਡ ਉਹ ਬੱਚੇ ਇੱਥੇ ਆ ਕੇ ਪੜ੍ਹ ਸਕਦਾ ਹੈਗਾ। ਬਟ ਉਹਦੇ ਵਾਸਤੇ ਤੁਹਾਨੂੰ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਉਹਦੀ ਫੀਸ ਪੇ ਕਰਨੀ ਪਏਗੀ। ਪੀਲ ਦੇ ਵਿੱਚ ਜਿਹੜੀ ਜਾਂ ਯਾਰਕ ਦੇ ਵਿੱਚ ਤਕਰੀਬਨ ਜਿਹੜੀ ਫੀਸ ਹੈਗੀ ਹੈ 14,500 ਦੇ ਆਸ-ਪਾਸ ਹੈਗੀ 1 ਸਾਲ ਦੀ। ਤੇ ਐਬਸੋਲੂਟਲੀ ਹੀ ਕੈਨ ਗੋ ਟੂ ਰੈਗੂਲਰ ਸਕੂਲ ਐਜ਼ ਵੈਲ ਐਂਡ ਉਹ ਤੁਹਾਡੇ, ਬਟ ਕੁਛ ਸਕੂਲ ਡੈਜ਼ਿਗਨੇਟਡ ਹੁੰਦੇ ਨੇ ਜਿੱਥੇ ਫੋਰਨ ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ ਪੜ੍ਹ ਸਕਦੇ ਨੇ ਜਿਹੜੇ ਸਕੂਲ ਗੋਇੰਗ ਹੈਗੇ ਨੇ। ਸੋ ਉਹਦੇ ਵਿੱਚ ਤੁਹਾਡਾ ਨੈਫਿਊ ਪੜ੍ਹ ਸਕਦਾ ਹੈਗਾ ਐਂਡ ਇਟ ਕੈਨ ਬੀ ਪ੍ਰੋਸੈਸਡ। ਜੀ ਬਿਲਕੁਲ। ਨੈਕਸਟ ਕਾਲਰ ਲੈ ਲਈ, ਫਿਰ ਅਸੀਂ ਦੂਸਰਾ ਸਵਾਲ ਦਾ ਵੀ ਆਨਸਰ ਦਿੰਦੇ ਹਾਂ। ਸੋ ਸਰਵਰ ਟੀਮ ਨੂੰ ਕਵਾਂਗੇ ਕਾਲ ਫਾਰਵਰਡ ਕੀਤੀ ਜਾਵੇ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ, ਮੈਂ ਕਹਿਣਾ ਸੀ ਜੀ ਕਿ ਲਾਈਕ ਮੈਂ ਫਾਈਲ ਅਪਲਾਈ ਕੀਤੀ ਸੀਗੀ ਪੀਆਰ ਤੋਂ ਪੀਆਰ ਚ ਜੀ, ਲਾਈਕ 6 ਮਹੀਨੇ ਅਪਲਾਈ ਹੋ ਗਈ ਸੀ ਵਿਦਿਨ 40 ਮਿੰਟਸ, ਬਟ ਮੈਨੂੰ ਕੋਈ ਅਪਡੇਟ ਨਹੀਂ ਆਈ ਜੀ ਹਲੇ ਤੱਕ, ਨਾ ਕੋਈ ਕੁਝ ਵੀ ਨਹੀਂ ਆਈ ਅਪਡੇਟ। ਪਲੱਸ ਮੈਂ ਮੈਨੀਟੋਬਾ 'ਚ ਰਹਿ ਰਿਹਾ, ਮੇਰਾ PNP ਦਾ ਵੀ ਐਕਸਪੀਰੀਅੰਸ ਪੂਰਾ ਹੋ ਚੱਲਿਆ ਸੀਗਾ ਜੀ ਜੂਨ 'ਚ, 2021 ਦੀ ਜੂਨ 'ਚ। ਫਿਰ ਮੇਰੇ 60 ਲੱਗ ਗਈ ਸੀਗੀ ਤੇ ਮਤਲਬ ਮੇਰਾ 11 ਮਹੀਨੇ ਹੋਏ ਸੀਗੇ, ਫਿਰ ਮੇਰੇ 60 ਲੱਗ ਗਈ ਕੰਮ ਤੇ ਮੈਂ ਹੁਣ ਇਸ ਟਾਈਮ ਮੈਡੀਕਲ ਨੋਟ ਤੇ ਹਾਂ, ਬਟ ਮੈਂ ਕੰਪਨੀ ਦਾ ਹਾਇਰ ਹਾਂ, ਮੈਨੂੰ ਉਹੀ ਪੇ ਆਫ ਕਰ ਰਿਹਾ WCB ਤੋਂ।
ਮੈਂ ਪੁੱਛਣਾ ਸੀਗਾ ਮੈਂ PNP ਲਗਾ ਸਕਦਾ ਸਾਈਡ ਆਪਸ਼ਨ ਤੇ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਆ। ਨੈਕਸਟ ਕਾਲਰ। ਸੋ ਇਹ ਪ੍ਰੋਗਰਾਮ ਦੀ ਅਸੀਂ ਆਖਰੀ ਕਾਲ ਲੈ ਰਹੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਨਾ ਪੁੱਛਣਾ ਸੀਗਾ, ਮੈਂ ਨਾ ਆਪਣੇ ਪੇਰੈਂਟਸ ਦੀ ਐਪਲੀਕੇਸ਼ਨ ਲਾਈ ਸੀਗੀ 2019 ਦੇ ਡਰਾਅ 'ਚ। ਉਸ ਤੋਂ ਬਾਅਦ ਸਾਨੂੰ ਇੱਕ ਫਾਰਮ ਮੰਗਿਆ ਸੀਗਾ ਤੇ ਉਹ ਵੀ ਸਬਮਿਟ ਕਰਤਾ ਸੀ ਅਰਾਊਂਡ ਅਕਤੂਬਰ, ਤੇ ਉਹਨਾਂ ਦਾ ਮੈਡੀਕਲ ਵੀ ਐਕਸੈਪਟ ਹੋ ਗਿਆ। तो एट प्रेजेंट कैनेडा ਦੇ ਵਿੱਚ ਹੀ ਹੈ, ਮਤਲਬ ਕੈਨੇਡਾ ਦੇ ਵਿੱਚ ਹੈ ਤੇ ਅਸੀਂ ਐਕਸਟੈਂਸ਼ਨ ਪਾਏ ਤੇ ਉਹਨਾਂ ਨੇ ਹੁਣ ਇੰਡੀਆ ਜਾਣਾ ਹੈ ਤੇ ਪਰ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਰਿਹਾ ਤੇ ਹਜੇ PR ਦਾ ਵੀ ਕੁਝ ਨਹੀਂ ਪਤਾ ਚੱਲ ਰਿਹਾ, ਕੁਝ ਅਪਡੇਟ ਨਹੀਂ ਆ ਰਹੀ। ਤੇ ਸਾਨੂੰ ਹੁਣ ਕੀ ਕਰਨਾ ਚਾਹੀਦਾ, ਮਤਲਬ ਕਿੰਨਾ ਟਾਈਮ ਹੋਰ ਲੱਗ ਸਕਦਾ ਹੈ ਸਾਡੀ PR ਆਉਂਦੇ, ਜਾਂ ਫਿਰ ਹੁਣ ਸਾਨੂੰ ਇੰਡੀਆ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ, ਕਿ ਮਤਲਬ ਪੈਰੈਂਟਸ ਉਹਨਾਂ ਦੇ ਵੀਜ਼ਾ ਐਕਸਪਾਇਰ ਹੋ ਰਿਹਾ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਧੰਨਵਾਦ ਤੁਹਾਡਾ ਕਾਲ ਕਰਨ ਲਈ। ਨੈਕਸਟ ਕਾਲਰ ਇਹ ਲਾਸਟ ਕਾਲ ਆ ਜੀ। ਸਰਵਰ ਟੀਮ ਨੂੰ ਕਵਾਂਗੇ ਇਸ ਤੋਂ ਬਾਅਦ ਕਾਲ ਫਾਰਵਰਡ ਨਾ ਕੀਤੀਆਂ ਜਾਣ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਮੈਮ ਐਕਚੁਅਲੀ ਮੈਂ ਵਿਜ਼ਿਟਰ ਤੇ ਆਈ ਸੀ ਕੈਨੇਡਾ ਲਾਸਟ ਮੰਥ ਐਂਡ ਮੈਮ ਮੈਨੂੰ ਇੱਥੇ ਨੈਨੀ ਵਾਸਤੇ ਸਪਾਂਸਰ ਮਿਲੀ ਆ ਹੁਣ, ਤੇ ਮੈਨੂੰ ਲਾਇਰ ਹਾਇਰ ਕਰਨਾ ਚਾਹੀਦਾ ਜਾਂ ਮੈਂ ਡਾਇਰੈਕਟ ਆਪਣੀ ਫਾਈਲ ਇਮੀਗ੍ਰੇਸ਼ਨ 'ਚ ਅਪਲਾਈ ਕਰ ਸਕਦੀ ਹਾਂ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਆ ਜੀ। ਸਰ ਆਪਾਂ ਨੂੰ ਕਿੱਥੋਂ ਸ਼ੁਰੂ ਕਰਾਂ ਮੈਂ? ਗੁਰਪ੍ਰੀਤ ਵਿਨੀਪੈਕ ਤੁਸੀਂ ਜਿਨ੍ਹਾਂ ਨੇ ਕਿਹਾ ਸੀ TR to PR ਫਾਈਲ ਉਹਨਾਂ ਨੇ ਲਗਾਈ ਸੀ 6 ਤਰੀਕ ਨੂੰ ਤੇ ਅਜੇ ਤੱਕ ਕੋਈ ਅਪਡੇਟ ਨਹੀਂ ਆਈ ਹੈਗੀ ਤੇ ਉਹ ਪੁੱਛਣਾ ਚਾਹੁੰਦੇ ਨੇ PNP 'ਚ ਲਗਾ ਸਕਦੇ ਨੇ, ਉਹਦੇ ਲਈ ਵੀ ਕੁਆਲੀਫਾਈ ਕਰ ਰਹੇ ਨੇ। ਗੁਰਪ੍ਰੀਤ ਪਹਿਲਾਂ ਤਾਂ ਲੁੱਕ ਆਫਟਰ ਯੋਰਸੈਲਫ ਬਿਕੋਜ਼ ਤੁਸੀਂ ਦੱਸਿਆ ਕਿ ਤੁਹਾਡੇ ਸੱਟ ਲੱਗ ਗਈ ਸੀਗੀ ਕੰਮ ਕਰਦਿਆਂ ਹੋਇਆਂ। ਸੋ आई कैन अंडरस्टैंड कि ਤੁਹਾਡੇ ਦਿਮਾਗ ਤੇ ਕਈ ਚੀਜ਼ਾਂ ਚੱਲ ਰਹੀਆਂ ਹੋਣਗੀਆਂ ਕਿ ਐਪਲੀਕੇਸ਼ਨ ਔਰ TR to PR ਇਹ ਔਰ ਆਏਗਾ ਨਹੀਂ ਆਏਗਾ, ਕਿੱਥੇ ਹੈਗਾ। ਵੈਸੇ TR to PR ਦੀ ਐਪਲੀਕੇਸ਼ਨਸ ਦੇ ਉੱਤੇ ਇਸ ਟਾਈਮ ਕੰਮ ਹੋ ਰਿਹਾ ਐਂਡ ਕਾਫੀ ਸਾਰੇ ਡਿਸੀਜਨਸ ਆ ਚੁੱਕੇ ਨੇ। 19,500 ਤੋਂ ਜਿਹੜੀ ਲਾਸਟ ਇੰਟੀਮੇਸ਼ਨ ਸੀਗੀ ਉੱਥੇ ਤੱਕ 19,500 ਅਕਤੂਬਰ ਤੱਕ ਡਿਸੀਜਨ ਆ ਚੁੱਕੇ ਸੀ ਉਸ 40,000 ਫਾਈਲਾਂ ਦੇ ਵਿੱਚੋਂ। ਸੋ ਵੀ ਆਰ ਹੋਪਫੁਲ ਕਿ ਜਲਦੀ ਹੀ ਤੁਹਾਡੀ ਫਾਈਲ ਦੇ ਉੱਤੇ AOR ਜਾਂ ਕੋਈ ਹੋਰ ਡਿਸੀਜਨ ਤੁਹਾਨੂੰ ਨਜ਼ਰ ਆਏਗਾ। ਜੇ ਤੁਹਾਡੀ ਐਪਲੀਕੇਸ਼ਨ ਵਾਸ ਕੰਪਲੀਟ ਇਨ ਆਲ ਰਿਸਪੈਕਟ ਇਟ ਸ਼ੁੱਡ ਗੋ ਥਰੂ ਐਂਡ ਵੇਟ ਕਰੋ ਐਂਡ ਅਦਰਵਾਈਜ਼ ਜੇ PNP ਦਾ ਤੁਸੀਂ ਪ੍ਰੋਸੈਸ ਸ਼ੁਰੂ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਕਰ ਸਕਦੇ ਹੈਗੇ ਹੋ ਜੇ ਪ੍ਰੋਵਾਈਡ ਤੁਸੀਂ ਟਾਈਮ ਪੀਰੀਅਡ ਆਪਣਾ ਪੂਰਾ ਕਰ ਲਿਆ ਤਾਂ। ਬਿਲਕੁਲ। ਕੈਨੇਡਾ ਤੋਂ ਪੇਰੈਂਟਸ ਦੀ ਕਾਲ ਆਈ ਸੀ ਕਿ ਆਪਣੇ ਬੇਟੇ ਦੀ ਮੈਰਿਜ ਤੇ ਉਰੇ ਆਏ ਸੀ, ਬੇਟੀ ਦਾ 14 ਅਕਤੂਬਰ ਦਾ ਅਪਲਾਈ ਕੀਤਾ ਹੋਇਆ ਪਰ ਅਜੇ ਤੱਕ ਕੋਈ ਆਇਆ ਨਹੀਂ ਹੈ। ਟਾਈਮ ਪੀਰੀਅਡ ਨੋਬਡੀ ਕੈਨ ਪ੍ਰੈਡਿਕਟ ਦਾ ਟਾਈਮ ਪੀਰੀਅਡ। 7 ਸੈਪਟੈਂਬਰ ਤੋਂ ਬਾਅਦ ਜਿਹੜੀਆਂ ਐਪਲੀਕੇਸ਼ਨਸ ਲੱਗੀਆਂ ਹੈਗੀਆਂ ਉਹਦੇ ਵਿੱਚ ਕੁਝ ਐਪਲੀਕੇਸ਼ਨਸ ਅਸੀਂ 3 ਦਿਨ ਦੇ ਵਿੱਚ ਵੀ ਥਰੂ ਆਉਂਦੀਆਂ ਦੇਖੀਆਂ, ਕੁਝ ਹਫਤੇ ਦੇ ਵਿੱਚ ਵੀ ਪਾਸਪੋਰਟ ਰਿਕੁਐਸਟ ਆਉਂਦੀਆਂ ਦੇਖੀਆਂ, ਕੁਝ 3 ਹਫਤਿਆਂ ਦੇ ਵਿੱਚ ਵੀ ਦੇਖੀਆਂ। ਸੋ ਨੋਬਡੀ ਕੈਨ ਪ੍ਰੈਡਿਕਟ ਕਿ ਐਗਜ਼ੈਕਟ ਟਾਈਮਲਾਈਨ ਕੀ ਹੋਏਗੀ। ਐਵਰੀ ਐਪਲੀਕੈਂਟ ਇਜ਼ ਡਿਫਰੈਂਟ, ਐਵਰੀ ਐਪਲੀਕੈਂਟ ਦੀ ਜਿਹੜੀ ਇਨਫੋਰਮੇਸ਼ਨ ਸਬਮਿਟ ਕੀਤੀ ਜਾਂਦੀ ਹੈ ਦੈਟ ਇਜ਼ ਡਿਫਰੈਂਟ। ਸੋ ਕੁਝ ਕੰਸਰਨਸ ਰੇਜ਼ ਹੋ ਜਾਂਦੇ ਨੇ ਕਿਸੇ ਇਨਫੋਰਮੇਸ਼ਨ ਦੇ ਉੱਤੇ, ਕੁਝ ਆਰਟੀਫਿਸ਼ੀਅਲ ਇੰਟੈਲੀਜੈਂਸ ਰੇਜ਼ ਕਰ ਲੈਂਦੀ ਹੈਗੀ ਹੈ ਤੇ ਇਟ ਮਾਈਟ ਬੀ ਵਨ ਆਫ ਦਾ ਰੀਜ਼ਨ। ਸੋ ਜਸਟ ਵੇਟ ਐਂਡ ਵਾਚ ਜੀ ਐਂਡ nothing much can be done on this। ਤੁਸੀਂ ਰੋਜ਼ ਆਪਣੇ ਵੈਬ ਫਾਰਮ ਵੀ ਪਾਓਗੇ ਉਹਦੇ ਵਿੱਚ ਵੀ ਤੁਹਾਨੂੰ ਕੁਝ ਨਿਕਲ ਕੇ ਨਹੀਂ ਆਏਗਾ ਬਿਕੋਜ਼ ਵੈਬ ਫਾਰਮਸ ਨੂੰ ਵੀ ਅਪਡੇਟ ਹੁੰਦੇ ਆ ਐਂਡ ਉਹਦੇ ਉੱਤੇ ਕੰਮ ਹੁੰਦਿਆਂ ਵੀ ਟਾਈਮ ਲੱਗਦਾ ਹੈਗਾ। ਬਿਲਕੁਲ ਜੀ। ਉਸ ਤੋਂ ਬਾਅਦ ਆਈ ਸੀ ਸਰ ਦੀ ਕਾਲ ਆਈ ਸੀ ਕਿ ਪੇਰੈਂਟਸ ਦੀ ਐਪਲੀਕੇਸ਼ਨਸ ਲਗਾਈਆਂ ਹੋਈਆਂ ਸੀ 2019 ਦੇ ਡਰਾਅ 'ਚ। ਮੈਮ ਨੇ ਕਿਹਾ ਉਹਨਾਂ ਦੇ ਪੇਰੈਂਟਸ ਨੇ ਇੰਡੀਆ ਜਾਣਾ ਹੈ ਹੁਣ ਤੇ ਅਜੇ ਐਪਲੀਕੇਸ਼ਨ 'ਤੇ ਕੋਈ ਫੈਸਲਾ ਨਹੀਂ ਆਇਆ ਹੈਗਾ, 2 ਵਾਰ ਐਕਸਟੈਂਡ ਕਰਵਾ ਚੁੱਕੇ ਨੇ, ਵੀਜ਼ਾ ਦੋਵਾਂ ਦੇ ਐਕਸਪਾਇਰ ਹੋਣ ਵਾਲੇ ਨੇ। ਤੁਸੀਂ ਐਕਸਟੈਂਸ਼ਨ ਇੱਥੇ ਵੀ ਅਪਲਾਈ ਕਰ ਸਕਦੇ ਹੋ ਜਾਂ ਈਵਨ ਵਾਪਸ ਚਲੇ ਜਾਂਦੇ ਨੇ ਤਾਂ ਵੀ ਉੱਥੇ ਜਾ ਕੇ ਆਪਣਾ ਵਿਜ਼ਿਟ ਵੀਜ਼ਾ ਜਾਂ ਸੁਪਰ ਵੀਜ਼ਾ ਦੁਬਾਰਾ ਇੰਡੀਆ ਜਾ ਕੇ ਅਪਲਾਈ ਕਰ ਸਕਦੇ ਨੇ। ਸੋ ਦੈਟ ਇਜ਼ ਨਾਟ ਐਨ ਇਸ਼ੂ ਐਂਡ ਅਗੇਨ ਟਾਈਮਲਾਈਨਸ ਦੇ ਉੱਤੇ ਇਟ ਇਜ਼ ਵੈਰੀ ਡਿਫਿਕਲਟ ਟੂ ਪ੍ਰੋਡਿਕਟ ਬਿਕੋਜ਼ ਤੁਹਾਡੇ ਤੋਂ ਪਹਿਲਾਂ ਥੋੜੀ ਦੇਰ ਪਹਿਲੇ ਵੀ ਕਾਲ ਆਈ ਸੀ ਜਿਨ੍ਹਾਂ ਦੀ 2018 ਦੀਆਂ ਫਾਈਲਸ ਹਲੇ ਪੈਂਡਿੰਗ ਸੀਗੀਆਂ, ਚੱਲ ਰਹੀਆਂ ਸੀਗੀਆਂ, ਉਹਦੇ ਡਿਸੀਜਨਸ ਹੁਣ ਆ ਰਹੇ ਸੀਗੇ। ਸੋ ਵੇਟ ਐਂਡ ਵਾਚ, ਇਟ ਐਵਰੀ ਫਾਈਲ ਇਜ਼ ਡਿਫਰੈਂਟ ਫਰੋਮ ਦਾ ਅਦਰ ਫਾਈਲ। ਬਿਲਕੁਲ। ਤੇ ਉਸ ਤੋਂ ਬਾਅਦ ਵਿਜ਼ਟਰ ਵੀਜ਼ਾ ਵਾਲਿਆਂ ਤੇ ਮੈਮ ਦੀ ਕਾਲ ਆਈ ਸੀ ਕਿ ਉਹ ਵਿਜ਼ਟਰ ਵੀਜ਼ਾ ਤੇ ਇੱਥੇ ਲਾਸਟ ਮੰਥ ਆਏ ਸੀ ਤੇ ਉਹਨਾਂ ਨੂੰ ਨੈਨੀ ਸਪਾਂਸਰ ਮਿਲ ਗਿਆ ਤੇ ਲਾਇਰ ਕੋਲ ਜਾਣ ਜਾਂ ਡਾਇਰੈਕਟ ਖੁਦ ਅਪਲਾਈ ਕਰਨ। ਨੈਨੀ ਦੇ ਉੱਤੇ ਜੀ ਜਿਹੜੀ ਫਾਈਲਸ ਹੈਗੀਆਂ 2 ਤਰ੍ਹਾਂ ਦੀਆਂ ਫਾਈਲ ਸਬਮਿਟ ਹੁੰਦੀਆਂ, ਇੱਕ ਤਾਂ LMIA ਦੇ ਨਾਲ ਹੁੰਦੀ ਹੈ ਜਿਹੜੀ ਵਿਦਿਨ ਕੈਨੇਡਾ ਤੁਹਾਨੂੰ ਜੇ LMIA ਮਿਲ ਜਾਂਦਾ ਤਾਂ ਤੁਸੀਂ ਵਰਕ ਪਰਮਿਟ ਤੇ ਜਾ ਸਕਦੇ ਹੈਗੇ। ਜਿਹੜੀ ਦੂਸਰੀ ਕੈਟੇਗਰੀ ਹੈਗੀ ਹੈ ਜਿਹੜੀ ਹੋਮ ਸਪੋਰਟ ਵਰਕਰ ਐਂਡ ਚਾਈਲਡ ਕੇਅਰ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਜਾਣੀ ਹੈਗੀ ਉਹਦਾ ਕੋਟਾ ਹੈਗਾ ਆ 2750 ਐਪਲੀਕੇਸ਼ਨਸ ਦੋਨੋਂ ਸਟਰੀਮਸ ਦੇ ਵਿੱਚ ਪਿਕ ਹੁੰਦੀਆਂ, ਟੋਟਲ 5500 ਐਪਲੀਕੇਸ਼ਨਸ ਪਿਕ ਹੁੰਦੀਆਂ। ਉਹਦਾ ਕੋਟਾ ਤੁਹਾਡਾ ਜਨਵਰੀ ਦੇ ਵਿੱਚ ਖੁੱਲੇਗਾ ਐਂਡ ਉਹਦੇ ਵਿੱਚ ਐਪਲੀਕੇਸ਼ਨ ਜੇ ਲਗਾਉਣਾ ਚਾਹੋ ਤੇ ਉਹ ਵੀ ਤੁਸੀਂ ਪੁੱਟ ਅਪ ਕਰ ਸਕਦੇ ਹੈਗੇ। ਬਿਲਕੁਲ ਸਰ। ਤੇ ਐਂਡ ਇੱਕ ਚੀਜ਼ ਇੱਥੇ ਹੋਰ ਇਹਨਾਂ ਨੇ ਪੁੱਛਿਆ ਸੀਗਾ ਕਿ ਮੈਨੂੰ ਕੰਸਲਟੈਂਟ ਦੀ ਲੋੜ ਹੈਗੀ ਕਿ ਮੈਂ ਆਪਣੇ ਆਪ ਕਰ ਸਕਦੀ ਹਾਂ। ਤੁਸੀਂ ਹਰ ਚੀਜ਼ ਆਪਣੇ ਆਪ ਕਰ ਸਕਦੇ ਹੋ ਬਟ ਜੇ ਤੁਹਾਨੂੰ ਪਤਾ ਹੀ ਨਹੀਂ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ ਤੇ ਤੁਸੀਂ ਆਪਣੇ ਕੇਸ ਦੇ ਉੱਤੇ ਕੀ ਕਰੋਗੇ। ਮੈਨੂੰ ਵੀ ਦਵਾਈਆਂ ਬਾਰੇ ਸਾਰਾ ਕੁਝ ਪਤਾ ਜੀ, ਕੈਲਪੋਲ ਕਾਹਦੇ ਵਾਸਤੇ ਯੂਜ਼ ਹੁੰਦੀ ਹੈ, ਟੈਨਾਲੋਲ ਕਾਹਦੇ ਵਾਸਤੇ ਯੂਜ਼ ਹੁੰਦੀ ਹੈ ਬਟ ਐਮ ਆਈ ਅ ਡਾਕਟਰ? ਆਈ ਐਮ ਨਾਟ ਅ ਡਾਕਟਰ। ਸੋ ਜੇ ਮੈਂ ਸਹੀ ਐਡਵਾਈਸ ਲੈਣਾ ਚਾਹੁੰਦਾ ਇਟ ਇਜ਼ ਬੈਟਰ ਦੈਟ ਆਈ ਗੋ ਟੂ ਅ ਡਾਕਟਰ ਐਂਡ ਸੀਕ ਅ ਕੰਪਲੀਟ ਐਡਵਾਈਸ ਗਿਵਿੰਗ ਹਿਮ ਐਂਡ ਉਹ ਵੀ ਐਡਵਾਈਸ ਇਸ ਤਰ੍ਹਾਂ ਨਹੀਂ ਦਿੰਦੇ, ਉਹ ਪੂਰਾ ਟੈਸਟ ਕਰਦੇ ਨੇ
ਸਾਰੇ ਸਰਕਮਸਟੈਂਸਿਸ ਦੇਖਦੇ ਨੇ, ਦੈਨ ਦੇ ਗਿਵ ਆਊਟ ਦ ਮੈਡੀਸਨ। ਇਸੇ ਤਰ੍ਹਾਂ ਇਮੀਗ੍ਰੇਸ਼ਨ ਕੰਸਲਟੈਂਟ ਇੱਕ ਇਮੀਗ੍ਰੇਸ਼ਨ ਪ੍ਰੋਫੈਸ਼ਨ ਇੱਕ ਇਹੋ ਜਿਹਾ ਆਕੂਪੇਸ਼ਨ ਬਣ ਚੁੱਕਾ ਹੈ, ਹਰ ਇੱਕ ਬੰਦਾ ਇਮੀਗ੍ਰੇਸ਼ਨ ਲਾਇਰ ਹੈਗਾ, ਮੈਂ ਕੰਸਲਟੈਂਟ ਦੀ ਗੱਲ ਹੀ ਨਹੀਂ ਕਰ ਰਿਹਾ। ਐਂਡ ਦੇ ਫੀਲ ਕਿ ਸਾਨੂੰ ਸਭ ਕੁਝ ਪਤਾ ਹੈ, ਬਟ ਇਟ ਇਜ਼ ਆਲਵੇਜ਼ ਬੈਟਰ ਬਿਕੋਜ਼ ਅਸੀਂ ਸਾਡੇ ਕੋਲ ਜੇ ਕੋਈ ਵੀ ਆਂਦਾ ਹੈਗਾ ਅਸੀਂ ਉਹਦੀ ਪੂਰੀ ਡਾਇਗਨੋਸਿਸ ਲੈਂਦੇ ਹਾਂ ਕਿ ਪਹਿਲੇ ਕੀ ਸਬਮਿਟ ਕੀਤਾ ਸੀਗਾ, ਕੀ ਇਨਫੋਰਮੇਸ਼ਨ ਦਿੱਤੀਆਂ ਹੋਈਆਂ, ਤੁਹਾਡਾ ਥਰੂ ਹੋਏਗਾ, ਚਾਂਸਿਸ ਕੀ ਹੈਗੇ ਨੇ। ਸੋ ਵੀ ਲੁੱਕ ਇਨਟੂ ਆਲ ਦ ਐਸਪੈਕਟਸ ਬਿਫੋਰ ਸੁਜੈਸਟਿੰਗ ਐਨ ਆਪਸ਼ਨ। ਬਿਲਕੁਲ ਸਰ, ਅੱਜ ਕੱਲ੍ਹ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਜ਼ਿਆਦਾ ਹਰ ਕੋਈ ਸਲਾਹ ਦੇ ਰਿਹਾ ਵਾ, ਬਟ ਇਹ ਨਹੀਂ ਪਤਾ ਹੁੰਦਾ ਕਿ ਕੇਸ ਟੂ ਕੇਸ ਹਰ ਚੀਜ਼ ਵੈਰੀ ਕਰਦੀ ਆ। ਤਰਨ ਐਬਸੋਲੂਟਲੀ ਯੂ ਆਰ ਰਾਈਟ ਕਿ ਇੰਨੇ ਸਲਾਹਕਾਰ ਹੈਗੇ ਨੇ ਐਂਡ ਇੰਨੇ ਰਿਨਾਊਂਡ ਕੰਸਲਟੈਂਟ ਬਣ ਚੁੱਕੇ ਨੇ ਫੇਸਬੁੱਕ ਦੇ ਉੱਤੇ, ਭਾਵੇਂ ਉਹ 12ਵੀਂ ਪਾਸ ਹੀ ਹੋਣਗੇ ਐਂਡ ਭਾਵੇਂ 10ਵੀਂ ਵੀ ਨਹੀਂ ਕੀਤੀ ਹੋਏਗੀ, ਬਟ ਦੇ ਆਰ ਥੋਰੋ ਪ੍ਰੋਫੈਸ਼ਨਲਸ ਵੈਨ ਇਟ ਕਮਸ ਟੂ ਇਮੀਗ੍ਰੇਸ਼ਨ ਐਡਵਾਈਸ, ਕਿਸੇ ਨੂੰ ਦੇਣ ਵਾਸਤੇ, ਆਪਣੇ ਉੱਤੇ ਇੰਪਲੀਮੈਂਟੇਸ਼ਨ ਵਾਸਤੇ ਨਹੀਂ, ਕਿਸੇ ਨੂੰ ਦੇਣ ਵਾਸਤੇ। ਇੱਕ ਚੀਜ਼ ਯਾਦ ਰੱਖਿਓ, ਤੁਹਾਡਾ ਕੈਰੀਅਰ ਡਿਪੈਂਡ ਕਰਦਾ ਹੈਗਾ। ਹੋ ਸਕਦਾ ਉਸ ਐਡਵਾਈਸ ਨਾਲ 2 ਬੰਦੇ ਥਰੂ ਹੋ ਜਾਣ, ਹੋ ਸਕਦਾ 5 ਬੰਦੇ ਖਰਾਬ ਵੀ ਹੋਏ ਹੋਣ। ਸੋ ਇਹੋ ਜਿਹੀ ਚੀਜ਼ ਨਾ ਕਰੋ ਕਿ ਜਿਹੜੀ ਤੁਹਾਨੂੰ ਲਾਈਫ ਲੌਂਗ ਤੁਹਾਨੂੰ ਇੰਪੈਕਟ ਕਰੇ। ਇਸੇ ਵਾਸਤੇ ਮੈਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਹਮੇਸ਼ਾ ਕਹਿੰਦਾ ਕਿ ਤੁਸੀਂ ਇੱਕ ਦੂਜੇ ਦੀ ਫਾਈਲ ਦੇਖ ਕੇ ਐਪਲੀਕੇਸ਼ਨਸ ਪੁੱਟ ਅਪ ਨਾ ਕਰਿਆ ਕਰੋ, ਬਿਕੋਜ਼ ਜਿਹੜੀ ਚੀਜ਼ ਤੁਹਾਡੇ ਨਾਲ ਰੈਲੇਵੈਂਟ ਹੈਗੀ ਹੈ ਹੋ ਸਕਦਾ ਨਾਲ ਦੇ ਤੁਹਾਡੇ ਐਪਲੀਕੈਂਟ ਦੇ ਨਾਲ ਰੈਲੇਵੈਂਟ ਨਾ ਹੋਵੇ। ਉਹਦੇ ਸਰਕਮਸਟੈਂਸਿਸ, ਜੌਬ ਆਫਰ ਜੇ ਸੇਮ ਵੀ ਹੈਗੀ ਹੈ, ਸੇਮ ਐਮਪਲੋਇਰ ਤੋਂ ਵੀ ਹੈਗੀ, ਇਟ ਕੈਨ ਬੀ ਸਟਿਲ ਬੀ ਅ ਡਿਫਰੈਂਟ ਕੇਸ ਫॉर ਟੂ ਪੁੱਟ ਅਪ ਵਿਦ। ਬਿਲਕੁਲ ਸਰ, ਤੇ ਇੱਕ ਰਿੱਕੀ ਗਰੀਵਾਲ ਜੀ ਨੇ ਸਾਨੂੰ ਮੈਸੇਜ ਕਰ ਰਹੇ ਨੇ ਕਿ ਹੋਮ ਸਪੋਰਟ ਵਰਕਰ ਦੀ ਫਾਈਲ ਲਗਾਈ ਸੀ 2019 ਨੂੰ, ਕਦੋਂ ਤੱਕ ਅਜੇ ਨਤੀਜੇ ਆ ਸਕਦੇ ਨੇ ਸਰ ਰਿਜ਼ਲਟ? ਇਸ ਟਾਈਮ ਤੇ ਤਕਰੀਬਨ 13,500 ਦੇ ਆਸ-ਪਾਸ ਕੇਅਰ ਗਿਵਰਸ ਦੀਆਂ ਫਾਈਲਸ ਪੈਂਡਿੰਗ ਹੈਗੀਆਂ ਜੀ, ਐਂਡ ਹਰ ਸਾਲ ਦਾ ਕੋਟਾ ਜਿਹੜਾ ਹੈਗਾ ਤਕਰੀਬਨ 5500 ਐਪਲੀਕੇਸ਼ਨਸ ਦਾ ਐਜ਼ ਪਰ ਦਾ ਨਿਊ ਪ੍ਰੋਗਰਾਮਸ ਹੈਗਾ। ਸੋ ਹੋਪਫੁਲੀ ਸੂਨ, ਬਿਕੋਜ਼ ਤੁਸੀਂ ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਕਿ ਪਿਛਲੇ 18 ਮਹੀਨਿਆਂ ਦੇ ਵਿੱਚ ਮਾਰਚ ਆਫ 2020 ਤੋਂ ਲੈ ਕੇ ਆਲਮੋਸਟ ਜੁਲਾਈ ਆਫ 2021 ਕੋਈ ਕੰਮ ਨਹੀਂ ਹੋਇਆ। ਸੋ ਉਹ 16, 17, 18 ਮਹੀਨੇ ਡਿਸਕਾਊਂਟ ਕਰਨਾ ਹੈਗਾ, ਐਂਡ ਉਸ ਤੋਂ ਬਿਨਾਂ ਤੁਹਾਡਾ ਟਾਈਮ ਪ੍ਰੋਸੈਸਿੰਗ ਟਾਈਮ ਘੱਟ ਹੀ ਹੋਇਆ ਹੈਗਾ ਜੀ। ਬਿਲਕੁਲ ਸਰ, ਤੇ ਬਹੁਤ ਸਾਰੇ ਕੁਐਸਚਨ ਸਾਨੂੰ ਡਿਲੇ ਨੂੰ ਲੈ ਕੇ ਆਉਂਦੇ ਆ ਕਿ ਇਸ ਵਕਤ ਰਿਜ਼ਲਟਸ ਨਹੀਂ ਆ ਰਹੇ ਹੈਗੇ, ਇਹ ਜਿਹੇ ਕੀਤਾ ਕੀ ਜਾ ਸਕਦਾ? ਕਿਉਂਕਿ ਅਫਗਾਨਿਸਤਾਨ ਦੇ ਮੈਟਰ ਨੂੰ ਲੈ ਕੇ ਅਜੇ 40,000 ਐਪਲੀਕੇਸ਼ਨਸ ਹੀ ਨਹੀਂ ਪ੍ਰੋਸੈਸ ਹੋ ਰਹੀਆਂ ਤੇ 1.8 ਮਿਲੀਅਨ ਜਾ ਕੇ ਕਦੋਂ ਹੋਣਗੀਆਂ। ਸੋ ਹਰ ਕੋਈ ਇਸ ਵਕਤ ਇਹੀ ਵੇਟ ਕਰ ਰਿਹਾ, ਸਾਨੂੰ ਵੀ ਹਮੇਸ਼ਾ ਹੀ ਆਉਂਦੀਆਂ, ਤੁਹਾਨੂੰ ਵੀ ਬਹੁਤ ਸਾਰੀਆਂ ਕਾਲਸ ਆਉਂਦੀਆਂ ਹੋਣਗੀਆਂ ਕਿ ਕਿੰਨਾ ਟਾਈਮ ਲੱਗੇਗਾ। ਵੇਟ ਕਰਨ ਤੋਂ ਇਲਾਵਾ ਕੀ ਕੀਤਾ ਜਾ ਸਕਦਾ ਹੈ? ਤਰਨ ਵੇਟਿੰਗ ਓਕੇ, ਤੁਸੀਂ ਆਪਾਂ ਵੈਬ ਫਾਰਮ ਪਾਈ ਜਾਵਾਂਗੇ, ਉਹਦਾ ਕੋਈ ਆਊਟਕਮ ਨਿਕਲ ਕੇ ਨਹੀਂ ਨਿਕਲ ਕੇ ਆਣਾ, ਬਿਕੋਜ਼ ਤੁਸੀਂ ਆਪਣੇ ਆਪ ਨਾਲ ਤੁਸੀਂ ਆਪਣੇ ਆਫਿਸਰ ਨੂੰ ਹੋਰ ਇੰਗੇਜ ਕਰ ਰਹੇ ਹੋ ਆਪਣੇ ਫੇਕ ਕੇਸਿਸ ਦੇ ਉੱਤੇ। ਸੋ ਉਹ ਤਾਂ ਪਹਿਲੇ ਹੀ ਬਰਡਨਡ ਹੈਗਾ ਫਾਈਲਸ ਦੇ ਉੱਤੇ, ਤੇ ਉਹ ਪਹਿਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕੀਤਾ ਜਾ ਰਿਹਾ, ਤੇ ਤੁਸੀਂ ਆਪਣੀ ਫੇਸ ਜਦੋਂ ਤੁਸੀਂ ਉਹਨੂੰ ਜ਼ਿਆਦਾ ਬਰਡਨ ਕਰੋਗੇ, ਵਾਟ ਵਿਲ ਹੀ ਡੂ? ਯੂ ਵਿਲ ਗੈਟ ਅ ਨੈਗੇਟਿਵ ਡਿਸੀਜਨ ਔਨ ਯੋਰ ਫਾਈਲ। ਸੋ ਡੋਂਟ ਡੂ ਸੱਚ। ਇਹ ਨਹੀਂ ਕਿ ਨੈਗੇਟਿਵ ਡਿਸੀਜਨ ਦੇ ਹੀ ਦੇਗਾ, ਬਟ ਦਿਸ ਇਜ਼ ਜਸਟ ਫॉर द ਸੇਕ ਆਫ ਸੇਇੰਗ। ਸੋ ਵੇਟ ਐਂਡ ਬੀ ਪੇਸ਼ੈਂਟ ਐਂਡ ਅੰਡਰਸਟੈਂਡ ਕਰੋ ਕਿ ਤੁਸੀਂ ਆਪਣੀ ਜਗ੍ਹਾ ਠੀਕ ਹੈਗੀ ਹੋ, ਟੇਬਲ ਦੇ ਉਰਲੇ ਪਾਸੇ ਬੈਠੇ ਕਿ ਭਾਈ ਮੇਰੀ ਤਾਂ ਫਾਈਲ ਲੱਗੀ ਸੀ, ਮੈਂ 18 ਮਹੀਨੇ ਹੋ ਗਏ, 2 ਸਾਲ ਹੋ ਗਏ, 3 ਸਾਲ ਹੋ ਗਏ, ਮੇਰੀ ਫਾਈਲ ਦਾ ਕੋਈ ਜਵਾਬ ਨਹੀਂ ਆਇਆ। ਜਦ ਕਿ ਤੁਸੀਂ ਆਫਿਸਰ ਦੀ ਜਗ੍ਹਾ ਬੈਠ ਕੇ ਵੀ ਦੇਖੋ, ਇਮੀਗ੍ਰੇਸ਼ਨ ਡਿਪਾਰਟਮੈਂਟ ਦੀ ਜਗ੍ਹਾ ਵੀ ਬੈਠ ਕੇ ਦੇਖੋ, ਬਿਕੋਜ਼ ਐਜ਼ ਅ ਕੰਸਲਟੈਂਟ, ਐਜ਼ ਅ ਇਮੀਗ੍ਰੇਸ਼ਨ ਪ੍ਰੈਕਟੀਸ਼ਨਰ ਅਸੀਂ ਦੋਨੋਂ ਐਸਪੈਕਟਸ ਨੂੰ ਲੁੱਕ ਇਨਟੂ ਕਰਦੇ ਹਾਂ, ਐਂਡ ਵੀ ਅੰਡਰਸਟੈਂਡ ਦਾ ਕੰਸਰਨਸ ਐਂਡ ਪੇਨ ਔਨ ਬੋਥ ਸਾਈਡਸ। ਸੋ ਤੁਹਾਡੀ ਵੀ ਪੇਨ ਸਮਝਦੇ ਹਾਂ, ਬਟ ਆਫਿਸਰਸ ਦਾ ਬਰਡਨ ਵੀ ਸਮਝਦੇ ਹਾਂ, ਬਿਕੋਜ਼ ਆਫਿਸਰਸ 18 ਮਹੀਨੇ, ਬਿਕੋਜ਼ ਬਹੁਤ ਸਾਰੀਆਂ ਫਾਈਲਸ ਆਨਲਾਈਨ ਨਹੀਂ ਸੀਗੀਆਂ, ਬਹੁਤ ਸਾਰੀਆਂ ਚੀਜ਼ਾਂ ਇਸੇ ਵਾਸਤੇ ਚੀਜ਼ਾਂ ਆਨਲਾਈਨ ਕੀਤੀਆਂ ਜਾ ਰਹੀਆਂ। ਈਵਨ ਸਿਟੀਜ਼ਨਸ਼ਿਪ ਦੀ ਇਮੀਗ੍ਰੇਸ਼ਨ ਦੀ ਐਪਲੀਕੇਸ਼ਨ ਨੂੰ ਵੀ ਆਨਲਾਈਨ ਕੀਤਾ ਗਿਆ, ਤਾਂ ਕਿ ਉਹ ਵੀ ਜੇ ਕੋਈ ਰਿਮੋਟਲੀ ਅਸੀਂ ਐਕਸੈਸ ਕਰਨਾ ਪੈਂਦਾ ਆਫਿਸਰਸ ਨੂੰ, ਦੇ ਹੈਵ ਦਾ ਆਪਸ਼ਨ ਆਫ ਡੂਇੰਗ ਦੈਟ। ਸੋ ਬੀ ਪੇਸ਼ੈਂਟ, ਦੈਟ ਇਜ਼ ਦਾ ਓਨਲੀ ਐਡਵਾਈਸ ਆਈ ਕੈਨ ਗਿਵ ਯੂ। ਐਂਡ 1.8 ਮਿਲੀਅਨ ਤੇ ਲੁਕਣ ਵਾਲਾ ਨਹੀਂ ਹੈਗਾ। 1.8 ਮਿਲੀਅਨ ਦੀ ਜਿਹੜੀ ਫਿਗਰ ਆਈ ਹੈ ਉਹ ਹਾਈਲਾਈਟ ਇਸ ਤਰ੍ਹਾਂ ਹੋਈ ਸੀ ਬਿਕੋਜ਼ ਅਕਤੂਬਰ ਦੀ ਫਿਗਰ ਸੀਗੀ, ਐਂਡ ਜਦੋਂ ਦਸੰਬਰ ਤੱਕ ਦੀ ਫਿਗਰ ਆਏਗੀ ਹੋ ਸਕਦਾ 2 ਮਿਲੀਅਨ ਦੇ ਆਸ-ਪਾਸ ਪੈਂਡਿੰਗ ਕੇਸਿਸ ਹੋਣ, ਬਟ ਨੋਬਡੀ ਕੈਨ ਡੂ ਐਨੀਥਿੰਗ ਔਨ ਦਿਸ, ਜਸਟ ਬੀ ਪੇਸ਼ੈਂਟ। ਸਾਨੂੰ ਤੇ ਕਹਿ ਰਹੀ ਹੈ ਕਿ ਕੰਮਾਂ ਤੇ ਵਾਪਸ ਜਾਓ, ਸਭ ਕੁਝ ਕਰੋ ਕਿ ਬੈਕ ਟੂ ਨਾਰਮਲ ਹੋਵੋ, ਬਟ ਉਹਨਾਂ ਨੂੰ ਵੀ ਚਾਹੀਦਾ ਥੋੜਾ ਜਿਹਾ ਇਮੀਗ੍ਰੇਸ਼ਨ ਦੀ ਫੀਲਡ ਵਿੱਚ ਥੋੜੀ ਐਕਸਟਰਾ ਆਫਿਸਰ ਲਗਾਏ ਜਾਣ, ਪੈਂਡਿੰਗ ਕੇਸਿਸ ਨੂੰ ਥੋੜਾ ਛੇਤੀ ਨਿਪਟਾਇਆ ਜਾਵੇ। ਕਰਨ, ਆਈ ਅੰਡਰਸਟੈਂਡ ਯੂਰ ਪੇਨ ਐਜ਼ ਵੈਲ। ਤੁਸੀਂ ਕਿੱਥੋਂ ਬੋਲ ਰਹੇ ਹੋ ਆ ਕੇ ਲੋਕਾਂ ਦੀ, ਆਈ ਨੋ, ਵੀ ਅੰਡਰਸਟੈਂਡ, ਬਹੁਤ ਮੈਸੇजेस ਆਉਂਦੇ, ਆਈ ਕੈਨ ਅੰਡਰਸਟੈਂਡ, ਬਿਕੋਜ਼ ਖੁਦ ਬੇਬਸ ਨਜ਼ਰ ਆਉਂਦੇ ਇਸ ਚੀਜ਼ ਤੇ। ਮੈਂ ਤਾਂ ਇੱਕ ਦਿਨ ਤੁਹਾਡੇ ਪ੍ਰੋਗਰਾਮ ਦੇ ਵਿੱਚ ਆਨਾ ਤੇ ਵੀ ਸੀ ਸੋ ਮੈਨੀ ਕਾਲਸ, ਤੁਸੀਂ ਤਾਂ ਰੋਜ਼ ਸਵੇਰੇ ਸ਼ਾਮੀ ਜਦੋਂ ਔਨ ਕਰਦੇ ਹੋ ਤੇ ਯੂ ਵਿਲ ਫੇਸਿੰਗ it is not ਕਿ ਮੈਂ ਤੁਹਾਡੀ ਤਕਲੀਫ ਨਹੀਂ ਸਮਝਦਾ। I understand pain on your part because families ਕੁਝ ਅੱਧੀਆਂ ਇੱਥੇ ਬੈਠੀਆਂ, ਅੱਧੀਆਂ ਇੰਡੀਆ 'ਚ ਬੈਠੀਆਂ, ਕਿਸੇ ਹੋਰ ਮੁਲਕ ਦੇ ਵਿੱਚ ਬੈਠੀਆਂ, ਐਂਡ ਨਾ
ਫ੍ਰੀਲੀ ਟਰੈਵਲ ਹੋ ਪਾ ਰਿਹਾ, ਇਟ ਇਜ਼ ਬਿਕੋਜ਼ ਆਫ ਪੈਂਡੈਮਿਕ ਆ ਸਾਰੇ ਸਰਕਮਸਟੈਂਸਸ ਕ੍ਰੀਏਟ ਹੋਏ ਸੀ। ਐਂਡ ਜੇ ਨਵਾਂ ਵੇਰੀਐਂਟ ਕਰਕੇ ਜੇ ਦੁਬਾਰਾ ਰਿਸਟ੍ਰਿਕਸ਼ਨਸ ਆਉਂਦੀਆਂ ਹੈਗੀਆਂ, ਵੀ ਮਾਈਟ ਸੀ ਫਰਦਰ ਡਿਲੇਜ਼ ਹੈਪਨਿੰਗ। ਸੋ ਬਸ ਇੱਕੋ ਹੀ ਦੁਆ ਕਰਿਓ ਜੀ, ਸਾਰੇ ਸੁਖੀ ਰਹਿਣ, ਸਵਸਥ ਰਹਿਣ ਤੇ ਹੈਲਦੀ ਹੱਸਦੇ ਵਸਦੇ ਰਹਿਣ। ਬਿਲਕੁਲ ਸਰ, ਜੇਕਰ ਕੋਈ ਕੰਟੈਕਟ ਕਰਨਾ ਚਾਹੁੰਦਾ ਤੇ ਆਈਸੀਸੀ ਕੋਲ ਹਮੇਸ਼ਾ ਜੌਬ ਅਪਰਚੁਨਿਟੀਜ਼ ਹੁੰਦੀਆਂ, ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ। ਤਰ੍ਹਾਂ ਆਈਸੀਸੀ ਕੋਲ ਹਸਪਿਟੈਲਿਟੀ ਸੈਕਟਰ ਦੀਆਂ ਜੌਬ ਓਪਨਿੰਗਸ ਮੌਜੂਦ ਹੈਗੀਆਂ। ਜੇ ਤੁਹਾਡੇ ਭਾਈ ਭੈਣ ਦੇ ਕੋਲ ਹਸਪਿਟੈਲਿਟੀ ਦਾ ਐਕਸਪੀਰੀਅੰਸ ਹੈਗਾ, ਕੁੱਕ ਹੈਗਾ, ਸ਼ੈਫ ਹੈਗਾ, ਅਸਿਸਟੈਂਟ ਕੁੱਕ, ਲਾਈਨ ਕੁੱਕ ਦਾ ਐਕਸਪੀਰੀਅੰਸ ਹੈਗਾ, ਪ੍ਰੈਪ ਕੁੱਕ ਦਾ ਐਕਸਪੀਰੀਅੰਸ ਹੈਗਾ, ਫੂਡ ਸਰਵਰ ਦਾ ਐਕਸਪੀਰੀਅੰਸ ਹੈਗਾ, ਰੈਸਟੋਰੈਂਟ ਸੁਪਰਵਾਈਜ਼ਰ ਦਾ ਐਕਸਪੀਰੀਅੰਸ ਹੈ, ਰੈਸਟੋਰੈਂਟ ਮੈਨੇਜਰ ਦਾ ਐਕਸਪੀਰੀਅੰਸ ਹੈਗਾ, ਇਸੇ ਤਰ੍ਹਾਂ ਹੋਟਲ ਦੇ ਵਿੱਚ ਫਰੰਟ ਡੈਸਕ ਦਾ, ਰੂਮ ਕਲੀਨਰਸ ਦਾ ਐਕਸਪੀਰੀਅੰਸ ਹੈਗਾ, ਸੁਪਰਵਾਈਜ਼ਿੰਗ ਰੋਲ ਦੇ ਵਿੱਚ ਵੀ ਤੇ ਐਜ਼ ਅ ਕਲੀਨਰਸ ਵੀ, ਤੇ ਤਾਂ ਵੀ ਇਹ ਓਪਰਚੁਨਿਟੀ ਤੁਹਾਡੇ ਵਾਸਤੇ ਵਰਕ ਕਰ ਸਕਦੀ ਹੈ ਕਿ ਘੱਟੋ ਘੱਟ ਗ੍ਰੇਡ 12 ਤੁਹਾਡੇ ਕੋਲ ਜ਼ਰੂਰ ਹੋਵੇ, ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਜ਼ਰੂਰ ਹੋਵੇ, ਐਂਡ ਆਈਲੈਟ ਦੇ ਵਿੱਚ ਤੁਸੀਂ ਘੱਟੋ ਘੱਟ 5 ਬੈਂਡ ਜ਼ਰੂਰ ਲੈ ਸਕੋ। ਐਂਡ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਹੋ ਸਕਦੀ ਹੈ, ਅਸੀਂ ਤੁਹਾਡੀ ਇੰਟਰਵਿਊ ਕਰਵਾਵਾਂਗੇ, LMIA ਤੇ ਤੁਸੀਂ ਆ ਕੇ ਵਰਕ ਪਰਮਿਟ ਦੇ ਆ ਕੇ ਕੰਮ ਕਰੋਗੇ, ਐਂਡ ਤੁਸੀਂ PR ਵਾਸਤੇ ਕੁਆਲੀਫਾਈ ਅੰਡਰ PNP ਪ੍ਰੋਗਰਾਮ ਹੋ ਸਕਦੇ ਹੋ, ਬਿਕੋਜ਼ ਸਾਰੀਆਂ ਜੌਬਸ ਐਟਲਾਂਟਿਕ ਦੀਆਂ ਜੌਬਸ ਹੈਗੀਆਂ। ਇਹਦੇ ਨਾਲ ਸਾਡੇ ਕੋਲ ਹੈਲਥ ਕੇਅਰ ਦੀਆਂ ਵੀ ਕੁਝ ਓਪਰਚੁਨਿਟੀਜ਼ ਮੌਜੂਦ ਹੈਗੀਆਂ। ਜੇ ਨਰਸਿੰਗ ਦੀ BSc ਕੀਤੀ ਹੋਈ ਹੈ ਤਾਂ ਤੁਸੀਂ ਮਿਨੀਮਮ 2 ਸਾਲ ਦਾ ਐਕਸਪੀਰੀਅੰਸ ਹੈਗਾ, ਆਈਲੈਟ ਦੇ ਵਿੱਚ 6 ਬੈਂਡਸ ਲਿੱਤੇ ਹੋਏ ਨੇ, ਤੇ ਤੁਹਾਡੀ PNP ਵਾਸਤੇ ਓਪਰਚੁਨਿਟੀ ਵਰਕ ਪਰਮਿਟ ਦੇ ਥਰੂ ਵਰਕ ਹੋ ਸਕਦੀ ਹੈਗੀ। ਬਿਲਕੁਲ ਸਰ, ਤੇ ਆਪਣਾ ਕੰਟੈਕਟ ਡਿਟੇਲਸ ਜ਼ਰੂਰ ਦੇ ਦਿਓ। ਸਾਡਾ ਈਮੇਲ ID ਹੈਗਾ ਜੀ info@iccimmigration.ca, ਐਂਡ ਕੰਟੈਕਟ ਡਿਟੇਲਸ ਦੇ ਵਿੱਚ 905-461-2424 ਸਾਡਾ ਨੰਬਰ ਹੈ, 905-461-2424, ਐਂਡ WhatsApp ਨੰਬਰ ਹੈਗਾ ਜੀ 647-850-9000, 647-850-9000। ਥੈਂਕ ਯੂ ਸੋ ਮਚ ਸਰ ਪ੍ਰੋਗਰਾਮ ਚ ਆਉਣ ਲਈ ਤੇ ਕੁਐਸਚਨਸ ਦੇ ਆਨਸਰ ਦੇਣ ਲਈ। ਥੈਂਕ ਯੂ ਵੈਰੀ ਮਚ ਤਰਨਜੀਤ, ਇਟਸ ਆਲਵੇਸ ਪਲੇਜ਼ਰ। ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ, ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਣੇ ਪ੍ਰੋਗਰਾਮ 'ਚ ਅਸੀਂ ਹਮੇਸ਼ਾ ਭਰੋਸੇਮੰਦ ਤੇ ਕੈਨੇਡਾ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਕੰਸਲਟੈਂਟਸ ਨੂੰ ਹੀ ਬੁਲਾਉਂਦੇ ਹਾਂ। ਮਿਸਟਰ ਮਨੂ ਦੱਤਾ ਜੀ ਦੀਆਂ ICC ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ, ਤੁਸੀਂ ਕੰਟੈਕਟ ਕਰ ਸਕਦੇ ਹੋ, ਡਿਟੇਲਸ ਤੁਹਾਨੂੰ ਦੇ ਦਿੱਤੀਆਂ ਗਈਆਂ ਨੇ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।